ओके ਤਾਂ ਇੱਥੇ ਆਪਣੇ ਕੋਲੇ ਜੀ ਇਹਨਾਂ ਨੇ ਕਿਹਾ ਹੋਇਆ ਕਿ ਡਾਇਗਰਾਮ ਜੋ ਹੈ ਜੀ ਉਹ ਸ਼ੋ ਕੀ ਕਰਦੀ ਹੈ ਦਾ ਲਾਈਫ ਸਾਈਕਲ ਆਫ ਹਨੀ ਬੀ ਦਾ ਲਾਈਫ ਸਾਈਕਲ ਸ਼ੋ ਕਰਦੀ ਹੈ ਜੀ ਤੇ ਆਪਾਂ ਦੇਖੀਏ ਤਾਂ ਆ ਆਪਣੇ ਕੋਲੇ ਹਨੀ ਬੀ ਦਾ ਸਾਰਾ ਲਾਈਫ ਸਾਈਕਲ ਹੈ ਜੀ ਜਿਹਦੇ ਵਿੱਚ ਹਾਂਜੀ ਜਿਹਦੇ ਵਿੱਚ ਆਪਾਂ ਨੂੰ ਦਿਖ ਰਿਹਾ ਕਿ ਸਭ ਤੋਂ ਪਹਿਲਾਂ ਕੀ ਹੁੰਦਾ ਵਾ ਉਹਦੇ ਐਗ ਹੁੰਦੇ ਆ ਜਿਹੜੇ ਜੀ ਹੈਚ ਦਾ ਮੀਨਿੰਗ ਨੋਟ ਕਰ ਲਓ ਸਾਰੇ ਜਾਣੇ ਵੋਕੈਬ ਹੁੰਦੀ ਹੈ ਇਹਦੀ ਜੋ ਸਾਈਕਲ ਹੁੰਦਾ ਹੈਚ ਦਾ ਮਤਲਬ ਹੁੰਦਾ ਟੁੱਟਣਾ ਜੀ ਹੈਚ ਹੋ ਜਾਂਦੇ ਹੋ ਜਦੋਂ ਯਾਨੀ ਕਿ ਤਰੇੜਾਂ ਜੀਆਂ ਆਉਂਦੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਟੁੱਟਣਾ ਜਾਂ ਕਹਿੰਦੇ ਕਹਿੰਦੇ ਐਗ ਹੈਚ ਆਫਟਰ 9 ਤੋਂ 10 ਦਿਨਾਂ ਬਾਅਦ ਚੋਂ ਕੀ ਹੋ ਜਾਂਦੇ ਆ ਜੀ ਅੰਡੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਆ ਹੁਣ ਇੱਥੇ ਉਹ ਹੈਚ ਹੋ ਗਿਆ ਉਹਦੇ ਵਿੱਚੋਂ ਆ ਗਈ ਜੀ 5 ਕੁ ਦਿਨ ਲੱਗੇ ਉਹਨੂੰ ਜੀ ਤੇ ਬਾਅਦ ਚੋਂ 7 ਕੁ ਡੇ ਦੀ ਹੋ ਗਈ ਜੀ ਉਹ ਜੋ ਵੀ ਇੱਕ ਹਨੀ ਉਹ ਹੈਗੀ ਹੈ ਜੀ ਬੀ ਹੈਗੀ ਹੈ ਜੋ ਹਨੀ ਬੀ ਇੱਥੇ 7 ਕੁ ਡੇ ਦੀ ਹੋ ਗਈ 7 ਡੇ ਹੋਣ ਤੋਂ ਬਾਅਦ ਚੋਂ ਜੀ ਉਹ ਇੱਥੇ ਆਪਣੇ ਕੋਲ ਨੀਚੇ ਇੱਕ ਲਾਈਨ ਲਿਖੀ ਹੈ ਜੀ ਓਕੇ ਯਾਨੀ ਕਿ ਨਿੰਫ ਓਕੇ ਮੋਡਲ 3 ਟਾਈਮਸ ਐਜ਼ ਇਟ ਗਰੋਜ਼ ਬਾਅਦ ਚੋਂ 3 ਗੁਣਾ ਸਾਈਜ਼ ਨਾਲ ਵੱਧਦੀ ਹੈ ਜੀ ਉਹ ਆਹ ਵਾਲੇ ਤੋਂ ਆਹ 3 ਗੁਣਾ ਸਾਈਜ਼ ਨਾਲ ਵਧੀ ਹੈ ਜੀ ਚੈਨਲ ਦੇਖੋ ਇੱਥੇ 7 ਡੇਜ਼ ਦੀ ਹੈ 7 ਡੇਜ਼ ਤੋਂ ਬਾਅਦ ਚੋਂ ਕੀ ਬਣ ਗਈ ਜਾ ਕੇ ਆਹ ਬਣ ਗਈ ਜੀ ਇਹ ਤੋਂ ਬਾਅਦ ਚੋਂ 3 ਗੁਣਾ ਸਾਈਜ਼ ਆਹ ਵਾਲਾ ਵੱਧ ਰਿਹਾ ਸੌਰੀ ਆਹ ਵਾਲਾ 3 ਗੁਣਾ ਸਾਈਜ਼ ਯੰਗ ਬਣ ਜਾਂਦੀ ਹੈ ਜੀ ਉਹ ਪੂਰੀ ਯੰਗ ਅਡਲਟ ਅਮਰਜ ਹੋ ਜਾਂਦੇ ਆ ਜੀ ਅਮਰਜ ਦਾ ਮਤਲਬ ਜਾਨੀ ਕਿ ਉੱਭਰਨਾ ਫਲਰਿਸ਼ ਹੋਣਾ ਵਧਣਾ ਫੁੱਲਣਾ ਇੱਥੇ ਇੱਕ ਵਰਡ ਲਿਖ ਲਓ ਫਲਰਿਸ਼ ਵਧਣਾ ਫੁੱਲਣਾ ਜੀ ਅਪ ਟੂ ਸਮ ਐਕਸਟੈਂਟ ਇੱਥੇ ਲੈਕਸੀਕਲ ਰਿਸੋਰਸਸ ਵਧੀਆ ਵਾ 4 ਦਿਨਾਂ ਤੋਂ ਬਾਅਦ ਚੋਂ ਮੈਚਿਓਰਿਟੀ ਹੋ ਜਾਂਦੀ ਜੀ ਬਾਅਦ ਚੋਂ ਤੇ ਮੈਚਿਓਰਿਟੀ ਤੋਂ ਬਾਅਦ ਚੋਂ ਕੀ ਹੋ ਜਾਂਦਾ ਜੀ ਫੀਮੇਲ ਬਣ ਜਾਂਦੀ ਜੀ ਇੱਕ ਪੂਰੀ ਜਦੋਂ ਫੀਮੇਲ ਬਣ ਗਈ ਤਾਂ ਫੀਮੇਲ ਲੇ ਦਾ ਮਤਲਬ ਹੁੰਦਾ ਰੱਖਣਾ ਅੰਡੇ ਰੱਖਣ ਨੂੰ ਲੇ ਕਹਿ ਦਿੰਦੇ ਜੀ ਅੰਡੇ ਰੱਖਣ ਨੂੰ ਲੇ ਫਿਰ ਉਹ ਇੱਕ ਜਾਂ 2 ਅੰਡੇ ਰੱਖਦੇ ਆ ਜੀ ਹਰ 3 ਦਿਨਾਂ ਬਾਅਦ ਚੋਂ ਐਵਰੀ 3 ਡੇਜ਼ ਤੇ ਪੂਰਾ ਇਹ ਲਾਈਫ ਸਾਈਕਲ ਕਿੰਨਾ ਟਾਈਮ ਲੈਂਦਾ ਜੀ 34 ਤੋਂ 36 ਦਿਨ ਜੀ ਅੰਡਿਆਂ ਤੋਂ ਲੈ ਕੇ ਇੱਕ ਪ੍ਰੋਪਰ ਫੀਮੇਲ ਬਣਨ ਦੇ ਤੱਕ ਸਿਰਫ 34 ਤੋਂ 36 ਦਿਨ ਹੀ ਲੱਗਦੇ ਜੇ ਤੁਸੀਂ ਕਾਊਂਟ ਕਰਕੇ ਦੇਖੋ 9-10 ਦਿਨ ਆ ਹੋ ਗਏ ਜੀ 5 ਆ ਹੋ ਗਏ 7 ਆ ਹੋ ਗਏ 9 ਆ ਹੋ ਗਏ ਬਾਅਦ ਚੋਂ ਕਿ 4 ਆ ਹੋ ਗਏ ਤਾਂ ਪ੍ਰੋਪਰ ਤੁਸੀਂ ਸਾਰੇ ਜੋੜੋਗੇ ਤਾਂ ਅਪਰੋਕਸੀਮੇਟਲੀ 34 ਤੋਂ 36 ਦਿਨ ਬਣ ਜਾਣੇ ਆ ਜੀ ਹੁਣ ਆਪਾਂ ਥਿਊਰੀ 'ਚ ਦੇਖਦੇ ਹਾਂ ਜੀ ਕਿਵੇਂ ਲਿਖਣਾ ਹੈ ਸਿੰਪਲ ਆਨਸਰ ਪੜ੍ਹਦੇ ਆਂ ਹੈਚ ਵਰਡ ਨੋਟ ਕਰ ਲਿਓ ਜੀ ਲੇ ਵਰਡ ਨੋਟ ਕਰ ਲਿਓ ਅਮਰਜ ਨੋਟ ਕਰ ਲਿਓ ਆਂਡਿਆਂ ਦੇ ਵਿੱਚੋਂ ਨਿਕਲ ਨੂੰ ਅਮਰਜ ਵੀ ਕਹਿ ਦਿੰਦੇ ਆ ਜੀ ਸਿੰਪਲ ਆਨਸਰ ਪੜ੍ਹਦੇ ਆਂ ਜੀ ਇਹਦਾ ਆਪਾਂ ਕੀ ਕਹਿੰਦੇ ਜੀ ਧਿਆਨ ਨਾਲ ਦੇਖਿਓ ਜੀ ਮੈਂ ਜ਼ੂਮ ਕਰਦਾ ਇਹਨੂੰ ਜੀ ਹਾਂਜੀ ਹੁਣ ਦਿਖ ਰਿਹਾ ਹੋਊਗਾ ਜੀ ਸਾਰਿਆਂ ਨੂੰ ਕੀ ਕਹਿੰਦੇ ਸਾਈਕਲ ਪੜ੍ਹੀ ਦਾ ਹੀ ਹੁੰਦਾ ਵਾ ਜੀ ਜਦੋਂ ਐਗਜ਼ਾਮ ਹੁੰਦਾ ਤੁਹਾਡਾ 1-2 ਦਿਨ ਪਹਿਲਾਂ ਤੁਸੀਂ ਸਾਈਕਲ ਪੜ੍ਹ ਸਕਦੇ ਹੋ ਜੀ ਕੀ ਕਹਿੰਦੇ ਜੀ ਕਹਿੰਦੇ ਜਿਹੜੀ ਡਾਇਗਰਾਮ ਆ ਜੀ ਇਲਸਟ੍ਰੇਟ ਸ਼ੋ ਕਰਦੀ ਹੈ ਵੇਰੀਅਸ ਸਟੇजेस ਇਨ ਦਾ ਲਾਈਫ ਆਫ ਅ ਹਨੀ ਬੀ ਵੈਸੇ ਆਪਣੀ ਇੰਟਰੋ ਆਹ ਵਾਲੀ ਹੈ ਮੈਂ ਤੁਹਾਨੂੰ ਕਹਿ ਦਵਾਂ ਆਹ ਵਾਲੀ ਇੰਟਰੋ ਆ ਇਹਨਾਂ ਨੇ ਤਾਂ ਓਵਰਆਲ ਇਹਦੇ ਵਿੱਚ ਹੀ ਮਰਜ ਕਰਕੇ ਲਿਖਤਾ ਬਟ ਮੈਂ ਤੁਹਾਨੂੰ ਕਹੂੰਗਾ ਤੁਸੀਂ ਇਹ ਸੈਪਰੇਟ ਵੀ ਲਿਖ ਸਕਦੇ ਹੋ ਠੀਕ ਹੈ ਨਾ ਜੀ ਤੁਸੀਂ ਇੱਥੋਂ ਆਹ ਚੀਜ਼ ਸੈਪਰੇਟ ਵੀ ਲਿਖ ਸਕਦੇ ਹੋ ਜੀ ਜਦੋਂ ਤੁਸੀਂ ਓਵਰਆਲ ਪਾ ਕੇ ਲਿਖਦੇ ਹੁੰਦੇ ਹੋ ਇਹਨਾਂ ਨੇ ਵਿੱਚ ਲਿਖਤਾ ਤਾਂ ਆਪਾਂ ਇਹਨੂੰ ਸੈਪਰੇਟ ਕਰਕੇ ਲਿਖਾਂਗੇ ਜਿਵੇਂ ਆਪਾਂ ਲਿਖਦੇ ਹਾਂ ਯੂਜ਼ਲੀ ਕਹਿੰਦੇ ਜੀ ਵੀ ਕੈਨ ਸੀ ਦੀ ਬਜਾਏ ਤੁਸੀਂ ਇਹਨੂੰ ਇਦਾਂ ਵੀ ਕਹਿ ਸਕਦੇ ਹੋ ਇਟ ਕੈਨ ਬੀ ਸੀਨ ਆਪਾਂ ਪੈਸਿਵ ਲਾਵਾਂਗੇ ਜੀ ਇਟ ਕੈਨ ਬੀ ਸੀਨ ਲਾ ਸਕਦੇ ਹੋ ਜੀ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਂ ਰਿਪਲੇਸ ਕਰਾਉਂਗਾ ਉਹ ਨਾਲ ਲਿਖੀ ਚੱਲਿਓ ਜੀ ਵੀ ਕੈਨ ਸੀ ਦੇ ਨਾਲੋਂ ਬੈਟਰ ਆ ਇਟ ਕੈਨ ਬੀ ਸੀਨ ਕਿਹੜੀ ਚੀਜ਼ ਦੇਖੀ ਜਾ ਸਕਦੀ ਆ ਕਹਿੰਦੇ ਕੰਪਲੀਟ ਲਾਈਫ ਸਾਈਕਲ ਜਿਹੜਾ ਹੈਗਾ ਲਾਸਟ ਆ ਬਹੁਤ ਵਧੀਆ ਵਰਡ ਹੈ ਲਾਸਟ ਫਸਟ ਫਾਰਮ ਹੈ ਜੀ ਹੁਣ ਤੁਸੀਂ ਕਹੋਗੇ ਸਰ ਅਸੀਂ ਤਾਂ ਲਾਸਟ ਵਰਡ ਨੂੰ ਅੱਜ ਤੱਕ ਇਦਾਂ ਹੀ ਯੂਜ਼ ਕੀਤਾ ਜਿਵੇਂ ਲਾਸਟ ਚੈਪਟਰ ਲਾਸਟ ਡੇ ਲਾਸਟ ਮੰਥ ਉੱਥੇ ਜਿਹੜਾ ਲਾਸਟ ਵਰਡ ਆ ਨਾ ਉਹ ਐਡਜੈਕਟਿਵ ਦੇ ਤੌਰ ਤੇ ਯੂਜ਼ ਕਰਦੇ ਹੋ ਤੁਸੀਂ ਨਾਉਨ ਦੇ ਮੂਹਰੇ ਲਾਉਂਦੇ ਹੁੰਦੇ ਹੋ ਤੁਸੀਂ ਕਹਿੰਦੇ ਹੁੰਦੇ ਹੋ ਲਾਸਟ ਮੰਥ ਮੈਂ ਤੁਹਾਨੂੰ ਕਹਿ ਰਿਹਾ ਮੰਥ ਇੱਕ ਨਾਉਨ ਹੈ ਇਹਦੇ ਮੂਹਰੇ ਕੀ ਲੱਗਦਾ ਹੁੰਦਾ ਐਡਜੈਕਟਿਵ ਤੁਸੀਂ ਲਾਸਟ ਵਰਡ ਨੂੰ ਹਮੇਸ਼ਾ ਅੱਜ ਤੱਕ ਐਡਜੈਕਟਿਵ ਦੇ ਤੌਰ ਤੇ ਹੀ ਯੂਜ਼ ਕੀਤਾ ਜੀ ਤੁਸੀਂ ਇਹਨੂੰ ਕਦੇ ਵੀ ਵਰਬ ਦੇ ਤੌਰ ਤੇ ਨਹੀਂ ਅੱਜ ਤੱਕ ਯੂਜ਼ ਕੀਤਾ ਇਹਨੂੰ ਨਾ ਹੀ ਆਪਣੀ ਟੈਕਸਟ ਬੁੱਕ ਦੇ ਵਿੱਚ ਹੁੰਦਾ ਵਾ ਬਹੁਤ ਰੇਅਰ ਲਿਖਿਆ ਹੁੰਦਾ ਜੀ ਹਾਂਜੀ ਮੈਂ ਇੱਥੇ ਇੱਕ ਸੈਂਟੈਂਸ ਲਿਖਦਾ ਮੇ ਵੀ ਤੁਸੀਂ ਇਹਨੂੰ ਪਹਿਲੀ ਵਾਰੀ ਕਿਸੇ ਨੇ ਸੁਣਿਆ ਹੋਵੇ ਜ਼ਿਆਦਾਤਰ ਸਟੂਡੈਂਟ ਨੇ ਮੈਂ ਕਹਤਾ ਜੀ ਮਾਈ ਟ੍ਰਿਪ ਲਾਸਟਡ ਮਾਈ ਟ੍ਰਿਪ ਲਾਸਟਡ ਫॉर 4 days ਜਾਂ ਜੇ ਮੈਂ 4 ਨਹੀਂ ਵੀ ਲੈਣਾ ਸਿੱਧਾ ਮਾਈ ਟ੍ਰਿਪ ਲਾਸਟਡ 4 days ਇਹਦਾ ਮਤਲਬ ਕੀ ਨਿਕਲੂਗਾ ਜੀ
ਮਾਈ ਟ੍ਰਿਪ ਲਾਸਟਡ 4 days। ਸ਼ਾਇਦ ਪਹਿਲੀ ਵਾਰੀ ਇਦਾਂ ਦਾ ਸੈਂਟੈਂਸ ਦੇਖਿਆ ਹੋਵੇ। ਕੀ ਮਤਲਬ ਜੀ ਇਹਦਾ? ਵੀ ਸਰ ਜਿਹੜਾ ਮੇਰਾ ਟ੍ਰਿਪ ਆ 4 ਦਿਨ ਮੇਰੇ ਦਾ ਟ੍ਰਿਪ ਸੀਗਾ। ਦੇ ਵਿੱਚ 8 ਦਿਨਾਂ ਦਾ ਸੀ ਜਾਂ 4 ਦਿਨ ਚੱਲਿਆ 4 ਜੀ। ਦਿਨਾਂ ਦਾ ਰਿਹਾ। ਹਾਂ ਵੀ 4 ਦਿਨਾਂ ਦਾ ਰਿਹਾ, ਹਾਂਜੀ। 4 ਦਿਨਾਂ ਦਾ ਸੀਗਾ। ਉਹਦੀ ਲੈਂਥ ਜਾਨੀ ਕਿ ਲੈਂਥ ਦੱਸਦਾ ਹੁੰਦਾ। ਸਭ ਤੋਂ ਸੌਖੀ ਇਹਦਾ ਮੀਨਿੰਗ ਦੱਸਦਾ, ਇਹ ਲੈਂਥ ਦੱਸਦਾ ਹੁੰਦਾ ਜੀ। ਬਸ ਕਹਿੰਦੇ ਜੀ ਇਹ ਦੇਖਿਆ ਜਾ ਸਕਦਾ ਵਾ ਕਿ ਜਿਹੜਾ ਕੰਪਲੀਟ ਸਾਈਕਲ ਆ ਉਹ ਰਿਹਾ, ਉਹਦੀ ਲੈਂਥ ਕਿੰਨੀ ਜੀ? 34 ਤੋਂ 36 ਦਿਨ ਦਾ ਰਿਹਾ। ਬਸ ਆ ਇਹਦੀ ਪੰਜਾਬੀ ਹੈ ਜੀ। ਇੱਥੇ ਤੇ ਲਾ ਸਕਦੇ ਹੋ ਸਾਈਕਲ ਦੇ ਵਿੱਚ ਜੀ, ਨੋਟ ਕਰ ਲਓ, ਕਿਉਂਕਿ ਕੋਈ ਵੀ ਲਾਈਫ ਸਾਈਕਲ ਕਿਸੇ ਨਾ ਕਿਸੇ ਦਿਨਾਂ ਦਾ ਤਾਂ ਕਿਸੇ ਨਾ ਕਿਸੇ ਮੰਥ ਦਾ ਤਾਂ ਰਿਹਾ ਹੀ ਹੋਊਗਾ ਨਾ ਜੀ। ਇੱਕ ਹੋਰ ਚੀਜ਼ ਕਹਿੰਦੇ ਨੋਟਿਸੇਬਲ ਹੈ ਜੀ, ਹੋਰ ਕਿਹੜੀ ਹੈ ਜੀ? there are 5 main stages। ਓਕੇ, ਇਹਨਾਂ ਨੇ ਗੱਲ ਹੈ ਕਿ 5 stages ਆ ਜੀ। ਹਾਂਜੀ, ਕਾਹਦੇ ਵਿੱਚ? ਓਕੇ, ਇਨ ਦਾ ਡਿਵੈਲਪਮੈਂਟ ਆਫ, ਦੇਖੋ ਕਿੰਨੀ ਵਧੀਆ ਕੋਲੋਕੇਸ਼ਨ ਬਣਾਈ। ਓਕੇ, ਇਨ ਦਾ ਡਿਵੈਲਪਮੈਂਟ ਆਫ ਹਨੀ ਬੀ, ਕੋਮਾ ਪਾ ਕੇ ਦੱਸਦਾ ਕਿੱਥੋਂ ਤੋਂ ਕਿੱਥੋਂ, ਫਰੋਮ ਐਗ ਤੋਂ ਲੈ ਕੇ ਕਿੱਥੋਂ ਤੱਕ ਜੀ? ਮੈਚਿਓਰ ਅਡਲਟ ਇਨਸੈਕਟ ਤੱਕ। ਤਾਂ ਇਹ ਆਪਣਾ ਜੀ ਇੰਟਰੋ ਪਲੱਸ ਓਵਰਆਲ ਇਹਨਾਂ ਨੇ ਇਕੱਠਾ ਕਰਤਾ ਦੋਨੇ। ਆਪਾਂ ਇਹਨੂੰ ਸੈਪਰੇਟ ਕਰਾਂਗੇ। ਚਲੋ ਜੀ ਹੁਣ ਪੜ੍ਹਦੇ ਜੀ ਅੱਗੇ ਕੀ ਕਹਿੰਦੇ ਜੀ। ਹੁਣ ਇਹਨਾਂ ਨੇ ਕੀ ਕੀਤਾ? ਲਾਈਫ ਸਾਈਕਲ ਨੂੰ ਸੈਪਰੇਟ ਕਰ ਲਿਆ। 3rd ਸਟੇਜ ਤੋਂ ਆ ਕੇ ਇਹਨਾਂ ਨੇ ਦੂਜਾ ਬੀਪੀ ਬਣਾ ਲਿਆ ਜੀ। ਇਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ। ਤੁਸੀਂ ਦੇਖੋ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਇੱਕ ਬੀਪੀ ਜਾਨੀ ਕਿ ਬਲਕੀ ਆ, ਤੁਸੀਂ ਉਹਨੂੰ ਸਪਲਿਟ ਕਰ ਲਓ ਜੀ। ਕੀ ਕਿਹਾ ਇਹਨਾਂ ਨੂੰ? ਧਿਆਨ ਨਾਲ ਦੇਖਿਓ ਜੀ। ਜਿਹੜਾ ਕਹਿੰਦੇ ਲਾਈਫ ਸਾਈਕਲ ਆ ਜੀ ਹਨੀ ਬੀ ਦਾ, ਬਿਗਿਨਸ, ਕਿਉਂਕਿ ਲਾਈਫ ਸਾਈਕਲ ਸਿੰਗੂਲਰ ਹੈ ਜੀ ਤਾਂ ਕਰਕੇ ਬਿਗਿਨਸ ਲਾਇਆ ਇੱਥੇ। ਲਾਈਫ ਸਾਈਕਲ ਕਹਿੰਦੇ ਸ਼ੁਰੂ ਹੁੰਦਾ ਵਾ ਕਦੋਂ? ਵੈਨ, ਆ ਦੇਖੋ ਇਹਨਾਂ ਨੇ ਇੱਕ ਲਾਇਆ ਇੱਥੇ ਵੈਨ ਦਾ ਯੂਜ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਜੀ। ਵੈਨ ਦਾ ਫੀਮੇਲ ਅਡਲਟ ਲੇਜ਼ ਐਗ, ਕਹਿੰਦੇ ਜੀ ਲਾਈਫ ਸਾਈਕਲ ਸ਼ੁਰੂ ਹੁੰਦਾ ਵਾ ਜਦੋਂ ਫੀਮੇਲ ਅੰਡੇ ਦਿੰਦੀ। ਲੇ ਐਗਸ, ਲੇਜ਼ ਇੱਥੇ ਫੀਮੇਲ ਸਿੰਗੂਲਰ ਹੈ ਜੀ ਤਾਂ ਲੇਜ਼ ਲਾਤਾ ਇਹਨਾਂ ਨੇ। ਲੇਜ਼ ਐਂਡ ਐਗ, ਅੰਡਾ ਦਿੰਦੀ ਹੈ ਜਦੋਂ ਜੀ। ਦਾ ਫੀਮੇਲ ਟਿਪੀਕਲੀ, ਆਹ ਵਾਲਾ ਇਹਨਾਂ ਨੇ ਸਾਈਨ ਲਾਇਆ ਵਾ। ਤੁਸੀਂ ਚਾਹੋ ਤਾਂ ਇਹ ਫੁੱਲ ਸਟਾਪ ਪਾ ਕੇ ਨੈਕਸਟ ਲਾਈਨ ਸੈਂਟੈਂਸ ਸ਼ੁਰੂ ਕਰ ਸਕਦੇ ਹੋ, ਇਹਦੇ ਵਿੱਚ ਕੋਈ ਚੱਕਰ ਨਹੀਂਗਾ। ਦਾ ਫੀਮੇਲ ਟਿਪੀਕਲੀ, ਵੈਸੇ ਜੇ ਆਪਾਂ ਦੇਖੀਏ ਕਾਮਨਲੀ, ਕਹਿੰਦੇ ਜੇ ਆਪਾਂ ਯਾਨੀ ਕਿ ਜਨਰਲੀ ਦੇਖੀਏ ਤਾਂ ਉਹ 1 ਜਾਂ 2 ਜਿਹੜੇ ਅੰਡੇ ਹੁੰਦੇ ਉਹ ਰੱਖਦੀ ਹੈ ਜੀ। ਹਾਂਜੀ, 3 ਦਿਨਾਂ ਬਾਅਦ ਚੋਂ ਜੀ, ਉਹ ਉੱਥੇ ਲਿਖਿਆ ਪਿਆ ਸੀਗਾ ਜੀ। ਤੇ ਬਿਟਵੀਨ 9 and 10 days ਆ, ਧਿਆਨ ਨਾਲ ਦੇਖਿਓ ਜੀ। ਬਿਟਵੀਨ, ਜਿਵੇਂ ਟਾਸਕ 1 ਚ ਤੁਸੀਂ ਲਾਉਨੇ ਹੁੰਦੇ ਹੋ ਬਿਟਵੀਨ 2001 ਐਂਡ ਡੈਸ਼, ਉਸੇ ਤਰ੍ਹਾਂ ਹੀ ਬਿਟਵੀਨ 9 and 10 days, ਕੋਮਾ ਕਿਉਂ ਲਾਇਆ? ਕਿਉਂਕਿ ਬਿਟਵੀਨ ਤੋਂ ਸਟਾਰਟ ਹੋ ਰਿਹਾ ਜੀ। ਜਦੋਂ ਕੋਈ ਪ੍ਰੈਪੋਜੀਸ਼ਨ ਤੋਂ ਸਟਾਰਟ ਹੁੰਦਾ ਵਾ ਤਾਂ ਗਾਂ ਜਾ ਕੇ ਕੋਮਾ ਲੱਗਦਾ ਹੀ ਹੈ। ਤੁਸੀਂ ਸਟਿਲ ਆ ਗਲਤੀਆਂ ਕਰੀ ਜਾਂਦੇ ਹੋ ਡੇਲੀ ਬੇਸਿਸ ਤੇ ਜੀ। ਬਿਟਵੀਨ ਤੋਂ ਸਟਾਰਟ ਹੋਇਆ, ਗਾਂ ਜਾ ਕੇ ਕੋਮਾ ਲੱਗ ਗਿਆ ਜੀ। 9 ਤੋਂ 10 ਦਿਨਾਂ ਦੇ ਵਿੱਚ ਹਰੇਕ ਅੰਡਾ ਜੀ, ਹਰ ਇੱਕ ਅੰਡਾ ਹੈਚਸ, ਕਿਉਂਕਿ ਇਹ ਸਿੰਗੂਲਰ ਹੈ ਜੀ, ਹੈਚਸ ਕਰਤਾ, ਟੁੱਟਦਾ ਵਾ। ਹੈਚਸ ਦਾ ਮਤਲਬ ਟੁੱਟਣਾ। ਐਂਡ ਦਾ ਜਿਹੜਾ ਇਮੈਚੁਰ ਇਨਸੈਕਟ ਹੈ ਜੀ, ਔਰ ਜਿਹੜੀ ਆਹ ਵਾਲੀ ਚੀਜ਼ ਆ ਇਹ ਕਹਿੰਦੇ ਅਪੀਅਰ ਹੋ ਜਾਂਦੀ ਹੈ। ਇਹ ਦਿਖਣ ਲੱਗ ਗਿਆ, ਮਤਲਬ ਕਿ ਬਾਹਰ ਆ ਜਾਂਦੀ ਹੈ ਜੀ। ਅੰਡੇ ਦੇ ਵਿੱਚੋਂ ਅਪੀਅਰ ਹੋ ਕੇ ਕੋਈ ਚੀਜ਼ ਬਾਹਰ ਆ ਜਾਂਦੀ। ਕਿਹੜੀ ਜੀ? ਜਿਹੜੀ ਉਹ ਹਲੇ ਤੱਕ ਮੈਚੁਰ ਨਹੀਂ ਨਾ ਹੋਏਗੀ, ਹਲੇ ਤਾਂ ਅੰਡੇ ਦੇ ਵਿੱਚੋਂ ਬੱਚੇ ਨਿਕਲੇ ਆ, ਉਹਨਾਂ ਨੂੰ ਇਹਨਾਂ ਨੇ ਕੀ ਕਹਿੰਦੇ? ਇਹਨਾਂ ਨੇ ਇਮੈਚੁਰ ਕਹਿਤਾ। ਜਾਂ ਉੱਥੇ ਇੱਕ ਨਾਉਨ ਲਿਖਿਆ ਪਿਆ ਜੀ ਪ੍ਰੋਪਰ, ਉੱਥੇ ਇੱਕ ਪ੍ਰੋਪਰ ਨਾਉਨ ਲਿਖਿਆ ਪਿਆ ਜੀ। ਹਾਂਜੀ, ਵੈਸੇ ਉਹਨਾਂ ਨੇ ਉਹ ਨਾਉਨ ਗਾਂ ਜਾ ਕੇ ਲਿਖਿਆ ਵਾ, ਕਾਫੀ ਜ਼ਿਆਦਾ ਆਹ ਵਾਲਾ ਗਾਂ ਜਾ ਕੇ ਲਿਖਿਆ ਇਹਨਾਂ ਨੇ। ਹੋ ਸਕਦਾ ਇਹ 7 ਦਿਨਾਂ ਤੇ ਨਾਮ ਰੱਖਿਆ ਗਿਆ ਹੋਵੇ, ਬਟ ਤੁਸੀਂ ਫਾਈਨਲ ਦੇ ਵਿੱਚ ਦੇਖਣਾ ਵਾ ਜੀ ਕਿ ਕੀ ਤੁਹਾਨੂੰ ਆਹ ਸਟੇਜ ਦਾ ਇੱਕ ਪ੍ਰੋਪਰ ਨਾਉਨ ਦਿੱਤਾ। ਫਾਈਨਲ ਦੇ ਵਿੱਚ ਕਈ ਵਾਰੀ ਉਹ ਹਰੇਕ ਸਟੇਜ ਤੇ ਨਵੇਂ ਨਾਮ ਰੱਖਦੇ ਜਾਂਦੇ। ਕਿਵੇਂ ਹੋ ਸਕਦਾ? ਪਹਿਲੀ ਸਟੇਜ ਤੇ ਕਹਿ ਦੇਣ ਜੀ ਆਹ ਚੀਜ਼ ਸੈੱਲ ਆ, ਹਲੇ ਅਗਲੇ ਜਾ ਕੇ ਕਹਿ ਦੇਣ ਜੀ ਇਹ ਹੁਣ ਲਾਰਵਾ ਬਣ ਗਿਆ। ਅੱਗੇ ਜਾਨੀ ਕਿ ਹਰ ਇੱਕ ਸਟੇਜ ਤੇ ਇੱਕ ਨਾਮ ਹੀ ਡਿਫਰ ਹੁੰਦਾ ਵਾ, ਉਹ ਤੁਸੀਂ ਉੱਥੇ ਰੀਡ ਕਰੋਗੇ ਜੀ। ਉਹ ਇੱਥੇ ਜੋ ਮਰਜ਼ੀ ਲਿਖਿਆ ਹੋਵੇ ਮੈਟਰ ਨਹੀਂ ਕਰਦਾ। ਹੁਣ ਉਹ ਫਾਈਨਲ ਦੇ ਵਿੱਚ ਜਿਹੜਾ ਤੁਹਾਨੂੰ ਦਿੱਤਾ ਹੋਊਗਾ ਤੁਸੀਂ ਉਹ ਲਿਖਣਾ। ਮੇਰੇ ਅਕੋਰਡਿੰਗ ਇਹਨਾਂ ਨੇ ਗਾਂ ਜਾ ਕੇ ਅਜੇ ਲਿਖਿਆ ਵਾ, ਇੱਥੇ ਜਾ ਕੇ ਆਹ ਨਾਮ ਲਿਖਿਆ ਸੀ। ਵੈਸੇ ਇਹਨਾਂ ਨੇ ਇੱਥੇ ਇਕੱਲਾ ਏਦਾਂ ਵੀ ਲਿਖ ਸਕਦੇ ਸੀ ਕਿ ਇਹ ਹਲੇ ਮੈਚੁਰ ਨਹੀਂ ਹੋਈ ਹੁੰਦੀ ਗੀ। ਹਾਂਜੀ, ਚੱਲਦੇ ਜੀ ਅੱਗੇ ਆਪਾਂ। ਤਾਂ ਅੱਗੇ ਜਾ ਕੇ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਹੁਣ ਦੇਖੋ 2 ਸਟੇਜਸ ਹੋ ਗਈਆਂ ਜੀ ਪਹਿਲੀਆਂ, ਧਿਆਨ ਨਾਲ ਦੇਖਿਓ ਜੀ। ਪਹਿਲੀ ਸਟੇਜ ਕਿਹੜੀ ਸੀ? ਅੰਡੇ ਰੱਖੇ। ਦੂਸਰੀ ਸਟੇਜ ਕਿਹੜੀ ਸੀ? ਬੱਚੇ ਉਹ ਚੋਂ ਬਾਹਰ ਨਿਕਲੇ ਜੀ। ਅੱਗੇ ਜਾ ਕੇ ਡਿਊਰਿੰਗ ਦਾ 3rd ਸਟੇਜ, 3rd ਸਟੇਜ ਜਿਹੜੀ ਹੈਗੀ ਹੈ ਜੀ ਕਿਹਦੀ? ਲਾਈਫ ਸਾਈਕਲ ਦੀ। ਡਿਊਰਿੰਗ ਤੋਂ ਸਟਾਰਟ ਹੋਇਆ, ਫਿਰ ਜਾ ਕੇ ਕੋਮਾ ਲੱਗਿਆ ਜੀ ਗਾਂ ਜਾ ਕੇ। ਜਿਹੜੇ ਆਹ ਹੁਣ ਇੱਕ ਪ੍ਰੋਪਰ ਨਾਉਨ ਹੈ ਜਿਹਦਾ ਨਾਮ ਰੱਖਿਆ ਉਹਨਾਂ ਨੇ, ਜੋ ਨਿੰਫ ਹੈਗੀ ਆ, ਗਰੋਜ਼ ਇਨ ਸਾਈਜ਼, ਉਹ ਸਾਈਜ਼ ਦੇ ਵਿੱਚ ਗਰੋ ਕਰਦੀ ਹੈ। ਐਂਡ ਸ਼ੈਡਸ ਇਟਸ
skin 3 times। shed ਦਾ ਮਤਲਬ ਹੁੰਦਾ ਵਾ ਕੋਈ ਚੀਜ਼ ਨੂੰ ਖਿਲਾਰਨਾ। ਲਾਈਟ ਸ਼ੈਡ ਕਰਦੇ ਹੁੰਦੇ ਹੋ ਨਾ ਤੁਸੀਂ ਕਹਿੰਦੇ ਹੁੰਦੇ ਹੋ ਕਿ he shedded the light, ਬਈ ਉਹਨੇ ਲਾਈਟ ਨੂੰ ਸ਼ੈਡ ਕੀਤਾ, ਉਹਨੇ ਲਾਈਟ ਨੂੰ ਖਿਲਾਰਿਆ, ਚਾਨਣਾ ਪਾਇਆ ਉਹਨੇ। ਸ਼ੈਡ ਦਾ ਮਤਲਬ ਕਿਤੇ ਨਾ ਕਿਤੇ ਹੁੰਦਾ ਕਿਸੇ ਚੀਜ਼ ਦਾ ਖਿਲਰਨਾ ਜੀ। ਤਾਂ ਉਹਨੇ ਆਪਣੀ ਸਕਿਨ ਨੂੰ ਸ਼ੈਡ ਕੀਤਾ 3 ਟਾਈਮਸ, ਫੈਲੀ ਉਹ, ਫਲਰਿਸ਼ ਹੋਈ ਉਹ। ਟਰਮਸ ਨੋਟ ਕਰ ਲਿਓ ਜੀ। ਦਿਸ ਮੋਲਟਿੰਗ ਫਸਟ, ਸੌਰੀ ਜੀ, ਕਹਿੰਦੇ ਜੀ ਜਿਹੜੀ ਇਹ ਮੋਲਟਿੰਗ ਆ, ਦਿਸ ਮੋਲਟਿੰਗ ਫਸਟ ਟੇਕਸ ਪਲੇਸ 5 days। ਇਹ ਜਿਹੜੀ ਮੋਲਟਿੰਗ ਹੈਗੀ ਹੈ ਜੀ, ਮੋਲਟ ਵਰਡ ਕੀ ਤੋਂ ਪਿਆ ਜੀ? ਮੋਲਡ ਤੋਂ। ਮੋਲਡ ਦਾ ਮਤਲਬ ਨਾ ਕੋਈ ਸ਼ੇਪ ਲੈਣੀ ਕਿਸੇ ਚੀਜ਼ ਦੀ। ਇਹ ਜਿਹੜੀ ਮੋਲਟਿੰਗ ਹੈ ਜੀ, ਕਹਿੰਦੇ ਇਹਨੂੰ ਕਿੰਨੇ ਦਿਨ ਲੱਗਦੇ ਆ? ਇਹ ਜਿਹੜੀ ਚੀਜ਼ ਹੋਈ ਆ ਉਹਦੀ ਵੱਧ ਫੁੱਲ ਕੇ ਇਹਨੂੰ ਕਿੰਨੇ ਦਿਨ ਲੱਗਦੇ ਆ? 5 ਦਿਨ। ਹੁਣ ਇੱਥੇ ਇੱਕ ਬਹੁਤ ਵਧੀਆ ਵਰਡ ਹੁੰਦਾ ਜੀ, ਟੇਕ ਪਲੇਸ। ਟੇਕ ਪਲੇਸ ਦਾ ਮਤਲਬ ਵੀ ਇਹੀ ਹੁੰਦਾ ਜੀ, ਲੱਗਣਾ। ਡਿਊਰੇਸ਼ਨ ਦੱਸਣ ਦੇ ਲਈ ਲੱਗਦਾ ਜੀ। ਟੇਕਸ ਪਲੇਸ, ਜਿਹੜੀ ਇਹ ਮੋਲਟਿੰਗ ਆ ਜੀ, ਕਹਿੰਦੇ ਟੇਕਸ ਪਲੇਸ, ਲੈਂਦੀ ਆ 5 ਦਿਨਾਂ ਦਾ ਸਮਾਂ। ਟੇਕਸ ਪਲੇਸ ਦਾ ਮਤਲਬ ਲੈਣਾ, ਹੈਪਨ ਹੋਣਾ। ਕਦੋਂ ਹੁੰਦੀ ਹੈ ਚੀਜ਼? ਜਦੋਂ ਅੰਡੇ ਟੁੱਟਦੇ ਆ। ਬਿਲਕੁਲ ਜੀ, ਅੰਡੇ ਟੁੱਟਣ ਤੋਂ ਬਾਅਦ ਚੋਂ ਬਾਹਰ ਨਿਕਲੇ, ਬਾਅਦ ਚ ਉਹਨਾਂ ਨੇ ਆਹ ਵਾਲੀ ਚੀਜ਼ ਬਣੀ ਤੇ ਉਹਨੇ ਆਪਣੀ ਸਕਿਨ ਨੂੰ ਸ਼ੈਡਸ ਕੀਤਾ, ਖਿਲਰੀ ਉਹ 3 ਗੁਣਾ ਜ਼ਿਆਦੇ। ਕੌਮਾ ਪਾ ਕੇ ਕੀ ਲਿਖਿਆ ਜੀ? ਦੈਨ। 7 ਦਿਨਾਂ ਤੋਂ ਬਾਅਦ ਚੋਂ ਜੀ, ਡੇ ਉੱਥੇ ਨਾਲ ਦੀ ਨਾਲ ਲਿਖੇ ਪਏ ਆ ਜੀ ਹਰ ਇੱਕ ਸਟੈਪ। 7 ਦਿਨਾਂ ਤੋਂ ਬਾਅਦ ਚੋਂ ਐਂਡ ਅਗੇਨ, ਧਿਆਨ ਨਾਲ ਦੇਖਿਓ ਜੀ, 7 ਦਿਨਾਂ ਤੋਂ ਬਾਅਦ ਚੋਂ ਕੀ ਹੋਇਆ? ਜਦੋਂ ਫੈਲੀ, ਐਂਡ ਅਗੇਨ ਅਨਦਰ 9 days later, ਬਾਅਦ ਚੋਂ ਫਿਰ 9 ਦਿਨਾਂ ਤੋਂ ਬਾਅਦ ਚੋਂ। ਇਹ ਮੋਲਟਿੰਗ ਕਹਿੰਦੇ ਕਦੋਂ ਹੁੰਦੀ? ਕਿਹੜੀ ਮੋਲਟਿੰਗ? ਜਿਹੜੀ ਪਿੱਛੇ ਲਿਖੀ ਪਈ ਹੈ ਜੀ, ਉਹਦਾ ਵਧਣਾ ਫੁੱਲਣਾ। ਇਹ ਹੁੰਦੀ ਹੈ ਜੀ ਕਹਿੰਦੇ ਫਸਟ ਟੇਕ ਪਲੇਸ 5 days, ਪਹਿਲਾਂ ਜੀ 5 ਦਿਨ ਲੱਗਦੇ ਆ ਜੀ ਅੰਡੇ ਟੁੱਟਣ ਤੋਂ ਬਾਅਦ ਚੋਂ। ਫਿਰ 7 ਦਿਨਾਂ ਤੋਂ ਬਾਅਦ ਚੋਂ ਫਿਰ ਉਹਦੇ ਸਾਈਜ਼ ਦੇ ਵਿੱਚ ਵਾਧਾ ਹੁੰਦਾ। 9 ਦਿਨਾਂ ਤੋਂ ਬਾਅਦ ਚੋਂ ਫਿਰ ਉਹ ਸ਼ੈਡ ਹੁੰਦੀ ਆ। ਕਹਿੰਦਾ ਜੀ ਆਹ ਵਾਲਾ ਪ੍ਰੋਸੈਸ ਹੀ ਜਿਹੜਾ ਹੈਗਾ ਵਾ ਨਾ, ਜਿਹੜਾ ਉਹ ਹੁੰਦੀ ਹੈ ਸ਼ੈਡ ਕਰਦੀ ਆਪਣੀ ਸਕਿਨ ਨੂੰ। ਅੱਗੇ ਕੀ ਹੈ ਜੀ ਉਹਨੇ? ਆਫਟਰ ਏ ਟੋਟਲ ਆਫ, ਟੋਟਲ ਕਹਿੰਦੇ 30 ਤੋਂ 31 ਦਿਨਾਂ ਬਾਅਦ ਚੋਂ, ਫਰੋਮ ਦਾ ਸਟਾਰਟ ਆਫ ਦਾ ਸਾਈਕਲ, ਸਟਾਰਟਿੰਗ ਤੋਂ ਲੈ ਕੇ 30 ਤੋਂ 31 ਦਿਨਾਂ ਤੋਂ ਬਾਅਦ ਚੋਂ ਯੰਗ ਹਨੀ ਅਮਰਜ, ਫਿਰ ਇੱਕ ਯੰਗ ਹਨੀ ਬਣ ਜਾਂਦੀ ਹੈ ਜੀ। ਫਰੋਮ ਇਟਸ ਫਾਈਨਲ ਮੋਲਟਿੰਗ ਸਟੇਜ, ਫਾਈਨਲ ਮੋਲਟਿੰਗ ਸਟੇਜ ਤੋਂ। ਐਂਡ ਕਹਿੰਦੇ ਇਨ ਦਾ ਸਪੇਸ ਆਫ ਓਨਲੀ 4 days, ਸਿਰਫ 4 ਦਿਨਾਂ ਦੇ ਅੰਤਰ ਦੇ ਵਿੱਚ ਹੀ ਇਟ ਰੀਚਸ, ਇਹ ਪਹੁੰਚ ਜਾਂਦੀ ਆ ਫੁੱਲ ਮੈਚਿਓਰਿਟੀ। ਫੁੱਲ ਮੈਚਿਓਰਿਟੀ ਦਾ ਮਤਲਬ ਯਾਨੀ ਕਿ ਪੂਰੀ ਮੈਚਿਓਰ ਹੋ ਜਾਂਦੀ ਹੈ। ਠੀਕ ਹੈ ਜੀ। ਇੱਥੋਂ ਇਹਨਾਂ ਨੇ ਉਹ 30 ਤੋਂ 31 ਦਿਨ ਕਹੇ ਸੀ ਜੀ, ਧਿਆਨ ਨਾਲ ਦੇਖਿਓ। ਆ ਇਹਨਾਂ ਨੇ 4 ਦਿਨ ਮਾਈਨਸ ਕਰਤੇ ਚੋਂ ਪਹਿਲਾਂ, ਹਜੇ ਪਿੱਛੇ ਕਿੰਨੇ ਰਹਿ ਗਏ ਜੀ? 30 ਤੋਂ 31 ਦਿਨ। ਕਹਿੰਦੇ ਜੀ 30 ਤੋਂ 31 ਦਿਨ ਦੇ ਵਿੱਚ ਉਹ ਕੀ ਬਣ ਜਾਂਦੀ ਹੈ ਜੀ? ਯੰਗ ਅਡਲਟ ਬਣ ਗਈ। ਆ 30 ਤੋਂ 31 ਦਿਨ ਹੀ ਹੋ ਗਏ ਨਾ, 34 ਦੇ ਵਿੱਚੋਂ 4 ਘਟਾਤੇ, ਤਾਂ 30 ਤੋਂ 31 ਦਿਨਾਂ ਦੇ ਵਿੱਚ ਉਹ ਕੀ ਬਣ ਗਈ ਜੀ? ਉਹ ਯੰਗ ਅਡਲਟ। ਤੇ ਫਿਰ ਸਿਰਫ 4 ਦਿਨਾਂ ਦੇ ਵਿੱਚ ਉਹ ਕੀ ਬਣ ਗਈ ਜੀ? ਫੁੱਲ ਮੈਚਿਓਰ ਹੋ ਗਈ ਜੀ। ਤਾਂ ਇਹ ਆਪਣਾ ਇੱਥੇ ਖਤਮ ਹੋ ਗਿਆ ਜੀ। ਤਾਂ ਇਹਦੇ ਵਿੱਚੋਂ ਜੋ ਆਪਣੀ ਵੋਕੈਬ ਸੀਗੀ ਜੀ, ਉਹ ਵਧੀਆ ਲੈਵਲ ਦੀ ਵੋਕੈਬ। ਜਿਵੇਂ ਆਪਾਂ ਇੱਥੇ ਦੇਖੀਏ, ਟਰਮਾਂ ਨੋਟ ਕਰਿਓ ਜੀ। ਜਿਵੇਂ ਹੈਚ ਟਰਮ ਹੋ ਗਿਆ ਜੀ, ਇੱਥੇ ਹੈਚ ਹੋ ਗਿਆ ਜੀ। ਹੈਚ ਦਾ ਮਤਲਬ ਹੁੰਦਾ ਟੁੱਟਣਾ। ਫਿਰ ਆਪਣੇ ਕੋਲੇ ਵਰਡ ਆਇਆ ਜੀ ਇੱਕ ਲੇ। ਲੇ ਦਾ ਮਤਲਬ ਹੁੰਦਾ ਆਂਡੇ ਰੱਖਣ ਨੂੰ, ਲੇ ਕਹਿ ਦਿੰਦੇ ਆ ਜੀ, ਅੰਡੇ ਰੱਖਣ ਨੂੰ ਜੀ। ਅੱਗੇ ਜਾ ਕੇ ਆਪਾਂ ਦੇਖੀਏ ਤਾਂ ਆਪਣੇ ਕੋਲੇ ਲਾਸਟ ਵਰਡ ਆਇਆ ਜੀ, ਕਿਸੇ ਚੀਜ਼ ਦਾ ਰਹਿਣਾ ਜੀ, ਕਿਸੇ ਚੀਜ਼ ਦਾ ਰਹਿਣਾ ਜੀ। ਅੱਗੇ ਜਾ ਕੇ ਆਪਣੇ ਕੋਲੇ ਵਰਡ ਆਇਆ ਜੀ, ਹਾਂਜੀ ਜੀ, ਲੇ। ਫਿਰ ਰਿਪੀਟ ਹੋ ਗਿਆ ਜੀ ਹੈਚ। ਫਿਰ ਓਕੇ ਇਮੈਚਿਓਰ, ਓਕੇ ਇਨਸੈਕਟ। ਜਦੋਂ ਕੋਈ ਚੀਜ਼ ਅੰਡੇ ਚੋਂ ਨਿਕਲੀ ਉਹ ਤਾਂ ਇਮੈਚਿਓਰ ਹੀ ਹੈ ਨਾ ਜੀ। ਤੇ ਜਿਹੜੇ ਇਨਸੈਕਟ ਹੈ ਉੱਥੇ ਡਿਪੈਂਡ ਕਰਦਾ ਕਿ ਉੱਥੇ ਕਿਹੜਾ ਜੀਵ ਦਿੱਤਾ ਹੋਇਆ ਤੁਹਾਨੂੰ। ਜੇ ਤਾਂ ਕੋਈ ਖੰਭਾ ਨਾ ਹੋਇਆ ਫਿਰ ਤਾਂ ਇਨਸੈਕਟ ਹੀ ਹੋਊਗਾ ਨਾ। ਅੱਛਾ, ਅੱਗੇ ਜਾ ਕੇ ਕੀ ਕਿਹਾ ਜੀ ਉਹਨਾਂ ਨੇ? ਸ਼ੈਡ ਇਟਸ ਸਕਿਨ। ਸ਼ੈਡ ਦਾ ਮਤਲਬ ਫੈਲਾਉਣਾ। ਮੋਲਟਿੰਗ ਦਾ ਮਤਲਬ, ਮੋਲਟਿੰਗ ਉਹੀ ਜੀ ਕਿ ਅੱਗੇ ਨਾਲੋਂ ਵਧਣਾ ਫੁੱਲਣਾ ਜੀ। ਮੋਲਟਿੰਗ ਦਾ ਪ੍ਰੋਪਰ ਮੀਨਿੰਗ ਹੁੰਦਾ ਵਾ ਕਿ ਜਦੋਂ ਆਪਾਂ ਸ਼ੈਡ ਕਰਦੇ ਆ ਆਪਣੇ, ਜਿਵੇਂ ਹੇਅਰ ਹੋ ਗਿਆ, ਸਕਿਨ ਅੱਗੇ ਨਾਲੋਂ ਹੋਰ ਜ਼ਿਆਦਾ ਫੈਲਦੀ ਹੈ ਜੀ, ਯਾਨੀ ਕਿ ਗਰੋਥ ਨੂੰ ਕਹਿ ਦਿੰਦੇ ਆ ਜੀ। ਜੇ ਮੈਂ ਤੁਹਾਨੂੰ ਸਿੱਧਾ ਕਹਾਂ, ਸਭ ਤੋਂ ਸੌਖਾ ਮੀਨਿੰਗ ਹੈ ਇਹਦਾ ਗਰੋਥ। ਇਹ ਗਰੋਥ ਕਹਿੰਦੇ ਹੁੰਦੀ ਆ 5 ਤੋਂ, ਯਾਨੀ ਕਿ 5 ਦਿਨਾਂ ਬਾਅਦ ਜਦੋਂ ਅੰਡੇ ਟੁੱਟਦੇ ਆ, 5 ਦਿਨਾਂ ਬਾਅਦ ਚੋਂ ਕਹਿੰਦੇ ਗਰੋਥ ਹੁੰਦੀ ਆ। ਬਾਅਦ ਚੋਂ 7 ਦਿਨਾਂ ਬਾਅਦ ਚੋਂ ਫਿਰ ਗਰੋਥ ਹੁੰਦੀ ਆ। ਬਾਅਦ ਚੋਂ 9 ਦਿਨਾਂ ਬਾਅਦ ਚੋਂ ਫਿਰ ਗਰੋਥ ਹੁੰਦੀ ਆ। ਮੋਲਟਿੰਗ ਦਾ ਮਤਲਬ ਹੁੰਦਾ ਗਰੋਥ ਹੋਣਾ। ਤੇ ਸੇਮ ਹੀ ਤਾਂ ਹੋਇਆ ਏਦਾਂ।
ਆ ਦੇਖੋ ਨਾ ਗਰੋਥ ਹੋ ਰਹੀ ਹੈ ਨਾ 5 ਦਿਨਾਂ ਬਾਅਦ ਚੋਂ। ਜਦੋਂ ਉਹ ਅੰਡਿਆਂ ਦੇ ਵਿੱਚੋਂ ਨਿਕਲੇ ਤਾਂ ਮੋਲਟਿੰਗ ਕਿੱਥੇ ਕਿੱਥੇ ਹੋਈ? 5 ਦਿਨਾਂ ਤੇ ਜਾ ਕੇ ਗਰੋਥ ਹੋਈ, 7 ਦਿਨਾਂ ਤੇ ਜਾ ਕੇ ਗਰੋਥ ਹੋਈ, 9 ਦਿਨਾਂ ਤੇ ਜਾ ਕੇ ਗਰੋਥ ਹੋਈ। ਉਹਨਾਂ ਨੇ ਇਹਨਾਂ ਨੂੰ ਸਾਰਾ ਕੰਬਾਈਨ ਕਰਤਾ ਜੀ। ਤਾਂ ਮੋਲਟਿੰਗ ਮੀਨਸ ਲਿਖ ਲਓ ਗਰੋਥ ਹੋਣਾ ਜੀ। ਇਹ ਤੁਹਾਡੇ ਉੱਥੇ ਕੰਮ ਹੋਣੇ ਆ ਜੀ। ਫਿਰ ਜਿਵੇਂ ਅਮਰਜ ਵਰਡ ਹੋ ਗਿਆ ਜੀ, ਅਮਰਜ। ਅਮਰਜ ਅਮਰਜ ਦਾ ਮਤਲਬ ਹੁੰਦਾ ਬਾਹਰ ਨਿਕਲਣਾ ਜੀ, ਅੰਡੇ ਦੇ ਵਿੱਚੋਂ ਬਾਹਰ ਨਿਕਲਣਾ ਜਾਂ ਕਿਸੇ ਚੀਜ਼ ਦਾ ਬਣਨਾ। ਫਿਰ ਅਪੀਅਰ, ਅਪੀਅਰ ਵਰਡ ਇੱਥੇ ਬਹੁਤ ਵਧੀਆ ਜੀ। ਅਪੀਅਰ, ਅਮਰਜ। ਟੇਕ ਪਲੇਸ, ਕਿੰਨਾ ਟਾਈਮ ਲੱਗਿਆ? ਇਟ ਟੇਕਸ ਪਲੇਸ 1 month ਟੂ ਬਿਕਮ ਅ ਫੁੱਲ ਮੈਚਿਓਰ, ਯਾਨੀ ਕਿ ਇਨਸੈਕਟ। 1 month ਲੱਗਿਆ ਇਹਨੂੰ ਫੁੱਲ ਯਾਨੀ ਕਿ ਮੈਚਿਓਰ ਇਨਸੈਕਟ ਬਣਨ। 1 month ਤੋਂ 4 ਦਿਨ ਉੱਪਰ ਜੀ। ਠੀਕ ਹੈ ਜੀ। ਅੱਗੇ ਜਾ ਕੇ ਇਹਨਾਂ ਨੇ ਕਿਹਾ ਜੀ, ਕਹਿੰਦੇ ਇਨ ਦਾ ਸਪੇਸ ਆਫ ਓਨਲੀ, ਸਿਰਫ 4 ਦਿਨਾਂ ਦੇ ਅੰਦਰ ਅੰਦਰ। ਇਹਨੂੰ ਕੀ ਕਹਿੰਦੇ ਆ? ਇਨ ਦਾ ਸਪੇਸ ਆਫ, ਇਨ ਦਾ ਸਪੇਸ ਆਫ। ਇਹਨੂੰ ਕੱਟ ਦੋ ਵਰਡ ਨੂੰ ਜੀ, ਜੋ ਮਰਜ਼ੀ ਫਿੱਟ ਕਰ ਦੋ ਜੀ। ਇੱਥੇ ਲਿਖ ਦੋ ਇਨ ਦਾ ਸਪੇਸ ਆਫ 7 days, 7 ਦਿਨਾਂ ਦੇ ਵਿੱਚ। ਓਕੇ, ਇਨ ਦਾ ਸਪੇਸ ਆਫ 9 to 10 days, 9 ਤੋਂ 10 ਦਿਨਾਂ ਦੇ ਵਿੱਚ। ਇਨ ਦਾ ਸਪੇਸ ਆਫ 1 month, 1 month ਦੇ ਵਿੱਚ। ਆ ਤਾਂ ਆਪਾਂ ਨੂੰ ਇੱਕ ਬੰਚ ਮਿਲ ਗਿਆ ਨਾ ਕਿਸੇ ਚੀਜ਼ ਦਾ, ਇਨ ਦਾ ਸਪੇਸ ਆਫ। ਬਾਅਦ ਚੋਂ ਟਾਈਮ ਜਿੰਨਾ ਮਰਜ਼ੀ ਫਿੱਟ ਕਰ ਦੋ ਜੀ ਇਹਦੇ ਵਿੱਚ। ਤੇ ਫੁੱਲ ਮੈਚਿਓਰਿਟੀ, ਇਹ ਵੀ ਇੱਕ ਵਰਡ ਹੋ ਗਿਆ ਜੀ ਆਪਣਾ। ਮੈਨੂੰ ਯੈਸ ਔਰ ਨੋ ਦੱਸਿਓ ਜੀ। ਐਕੈਡੈਮਿਕ ਦਾ ਵੈਸੇ ਜੋ ਆਪਾਂ ਟਾਸਕ ਕਰ ਰਹੇ ਹਾਂ ਜੀ, ਕੱਲ ਫਰਾਈਡੇ ਆ, ਕੱਲ ਦਾ ਸਿਰਫ GT ਟਾਸਕ 1 ਤੇ ਟਾਈਮ ਲੱਗੂਗਾ ਜੀ। ਕੱਲ ਐਕੈਡੈਮਿਕ ਵਾਲੇ ਬੱਚਿਆਂ ਲਈ ਨਹੀਂ, ਉਹਨਾਂ ਨੂੰ ਸਿੱਧਾ ਟਾਸਕ ਦੇ ਦਾਂਗੇ ਕੱਲ। ਹਾਂਜੀ ਜੀ, ਤਾਂ ਮੈਂ ਮਿਊਟ ਤੋਂ ਖੋਲਦਾ ਜੀ। ਵਰਡ ਸਾਈਕਲ ਦੇ ਪਤਾ ਲੱਗੇ ਜੀ ਕਾਫੀ? ਹਾਂਜੀ ਸਰ। ਠੀਕ ਹੈ ਜੀ। ਕੋਈ ਵੀ ਸਾਈਕਲ ਹੁੰਦਾ ਵਾ, ਉਹਦੇ ਵਿੱਚ ਅੰਡਿਆਂ ਦੇ ਵਿੱਚ ਕੋਈ ਨਾ ਕੋਈ ਬਾਹਰ ਨਿਕਲਣਾ ਜੀ। ਅਮਰਜ ਹੋਣਾ, ਅਪੀਅਰ ਹੋਣਾ, ਹੈਚ ਹੋਣਾ, ਲੇ ਹੋਣਾ, ਇਮੈਚਿਓਰ ਹੋਣਾ, ਮੈਚਿਓਰ ਹੋਣਾ। ਆਹ ਵਰਡਸ ਨੂੰ ਹੀ ਕਮਾਈ ਜਾਣਾ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਸਰ ਇਮਰਜ ਤੋਂ ਪਹਿਲਾਂ ਤੁਸੀਂ ਬੋਲੇ ਸੀ ਕੀ ਸੀ ਉਹ? ਇੱਕ ਅਮਰਜ ਤੋਂ ਪਹਿਲਾਂ ਦੇਖੋ ਇਹਦੇ ਚ ਲਿਖਿਆ, ਕਿਹੜਾ ਬੋਲਿਆ ਸੀ? ਅਪੀਅਰ, ਮੋਲਟਿੰਗ, ਮੋਲਟਿੰਗ, ਗਰੋਥ। ਮੋਲਟਿੰਗ ਦੇ ਵਿੱਚ ਕੀ ਮੋਲਟਿੰਗ ਹੁੰਦਾ? ਗਰੋਥ। ਇਹਦੇ ਵਿੱਚ ਜਦੋਂ ਹੇਅਰ ਆਉਂਦੇ ਆ ਜੀ, ਸਕਿਨ ਵੱਧਦੀ ਫੁੱਲਦੀ ਆ, ਹੋਰ ਵੀ ਕਈ ਬੋਡੀ ਦੇ ਜਾਨੀ ਕਿ ਫੀਚਰ ਆ ਜਿਹੜੇ ਗਰੋ ਹੁੰਦੇ ਆ, ਇਹਨੂੰ ਮੋਲਟਿੰਗ ਕਹਿ ਦਿੰਦੇ। ਇੱਕ ਨਾਮ ਦਿੱਤਾ ਗਿਆ ਇਹਨੂੰ, ਮੋਲਟਿੰਗ। ਠੀਕ ਹੈ ਜੀ, ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਕਲੀਅਰ ਹੈ ਜੀ? ਹਾਂਜੀ। ਇੱਕ ਹੋਰ ਸ਼ੋ ਕਰਦਾ ਜੀ ਮੈਂ ਤੁਹਾਨੂੰ, ਇੱਕ ਹੋਰ ਕਰਦੇ ਹਾਂ ਜੀ। ਹਾਂਜੀ, ਇੱਕ ਆ ਕਰਦੇ ਹਾਂ ਤਾਂ ਕਮ ਸੇ ਕਮ ਤੁਹਾਨੂੰ ਉਹ ਪੱਕਾ ਜਿਹਾ ਹੋ ਜਾਊਗਾ ਤੁਹਾਡੇ ਬ੍ਰੇਨ 'ਚ। ਹੁਣ ਮੇਰੇ ਹਿਸਾਬ ਨਾਲ ਇਹਦੀ ਫੋਟੋ ਸ਼ੋ, ਇਹਦਾ ਮਤਲਬ ਸਰ 26 ਨੂੰ ਪ੍ਰੋਸੈਸ ਸਟਾਰਟ ਆ ਰਿਹਾ ਹੈ ਨਾ? 26 ਨੂੰ ਕੀ? ਨਹੀਂ ਨਹੀਂ, ਏਦਾਂ ਨਹੀਂ, ਵੈਸੇ ਕਰ ਰਹੇ ਆਪਾਂ, ਕੀਤਾ ਨਹੀਂ ਕਰਕੇ। ਭਵਿੱਖਬਾਣੀ ਨਹੀਂ ਇਹ ਭਵਿੱਖਬਾਣੀ ਨਹੀਂ, ਐਵੇਂ ਜਵਾਕ ਨਾ ਵਿਚਾਰੇ ਮਰ ਦਿਓ। ਹਾਂਜੀ, ਚਲੋ ਜੀ ਦੇਖਦੇ ਹਾਂ, ਤਿਆਰੀ ਕਰਦੇ। ਵੈਸੇ ਹੀ ਸਾਈਕਲ ਨਹੀਂ ਨਾ ਹੋਇਆ ਸੀ ਹਲੇ ਤੱਕ, ਤਾਂ ਕਰਕੇ। ਹਾਂਜੀ। ਓਕੇ ਜੀ, ਕੀ ਕਹਿੰਦੇ ਜੀ? ਤੁਹਾਨੂੰ 26 ਵਾਲਿਆਂ ਨੂੰ ਤਾਂ ਵੈਸੇ ਇਹਨਾਂ ਦੇ ਵਿੱਚ ਇੱਕ ਪਾ ਦੇਣਾ ਉਹਨਾਂ ਨੇ ਜੀ। ਟੇਬਲ, ਪਾਈ, ਲਾਈਨ ਹੋ ਗਿਆ ਜੀ। ਸਰ ਉਹ ਵੀ ਨਹੀਂ ਆਪਣਾ ਮੈਪ ਹਨਾ, ਟੇਬਲ ਨਹੀਂ ਹੋਇਆ ਰਿਪੀਟ। ਟੇਬਲ ਹੋ ਗਿਆ, ਪਾਈ ਹੋ ਗਿਆ, ਰਹਿਣ ਦੇ। ਟੇਬਲ ਦੇ ਆਉਂਦੇ 100%। ਮੈਪ ਨੂੰ ਬਾਹਰ ਕੱਢ ਦੋ, ਡਾਇਗ੍ਰਾਮ ਨੂੰ ਬਾਹਰ ਕੱਢ ਦੋ। ਮੈਨੂੰ ਇਹੀ ਲੱਗਦਾ ਪਿਆ ਨੇ, ਮੈਪ ਤੇ ਡਾਇਗ੍ਰਾਮ ਦੇ ਵਿੱਚੋਂ ਲੱਗਦਾ ਪਿਆ ਮੈਨੂੰ। ਲਾਈਫ ਸਾਈਕਲ ਨੂੰ ਬਾਹਰ ਕੱਢ। ਹਾਂ, ਇੱਕ ਮੈਪ ਖਿੱਚ ਸਕਦੇ ਹੋ, ਇੱਥੋਂ ਮੈਪ ਖਿੱਚ ਸਕਦੇ ਹੋ। ਬਾਹਰ ਤਾਂ ਹੋ ਗਿਆ ਪਿਛਲੇ ਐਗਜ਼ਾਮ 'ਚ ਜੀ। ਬਾਹਰ ਮੈਪ ਆ ਗਿਆ? ਮੈਪ ਨਹੀਂ ਆਇਆ, ਪਾਈ ਤੇ ਲੈਨ ਬਾਹਰ ਕਾਫੀ ਰਿਪੀਟ ਹੋ ਗਏ ਆ। ਜਿਹੜੇ ਥੱਲੇ ਮੈਨੂੰ ਮੈਪ ਲੱਗਦਾ ਪਿਆ ਸਰ। ਦੇਖੋ ਚੱਕਰ ਤੇ ਕੀ ਆ, ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਤੁਹਾਨੂੰ ਦੱਸਦਾ। ਜੇ ਆਹ ਰਿਪੀਟ ਮੰਨ ਕੇ ਜਿਵੇਂ ਹੋਈ ਹੈ, ਵੇਖੋ 1 ਸਾਲ ਦੇ ਵਿੱਚ ਨਾ ਲਾਈਫ ਸਾਈਕਲ ਵੀ ਇੱਕ ਅੱਧੀ ਵਾਰੀ ਆਉਂਦਾ ਪੱਕਾ। 1 ਸਾਲ ਦੇ ਵਿੱਚ ਲਾਈਫ ਸਾਈਕਲ 1 ਸਾਲ 'ਚ 1-2 ਵਾਰੀ ਆਉਂਦਾ। ਮੈਪ ਪਾਉਂਦੇ ਦੇਖੋ ਨਾ, ਰਲਾ ਕੇ ਪਾਉਂਦੇ ਆ ਨਾ। 1 ਤੋਂ 2 ਉਹਨਾਂ ਨੇ ਮੈਪ ਪਾਉਣੇ, ਸੋਰੀ ਲਾਈਫ ਸਾਈਕਲ ਪਾਉਣੇ ਆ, ਤੇ 2 ਤੋਂ 3 ਕਮ ਸੇ ਕਮ 1 ਸਾਲ 'ਚ ਮੈਪ ਪਾਉਣੇ ਆ, ਤੇ ਡਾਇਗ੍ਰਾਮ ਵੀ ਤਾਂ ਉਹਨਾਂ ਨੇ ਕਈ ਵਾਰੀ ਜਿਹੜਾ ਉਹਦਾ ਫਲੋ ਚਾਰਟ ਹੁੰਦਾ ਗਾਂ ਦੀਆਂ ਚੱਲੀ ਜਾਂਦਾ ਵੀ ਆਹ ਚੀਜ਼ ਹੋ ਗਈ, ਫਿਰ ਆਹ ਹੋ ਗਈ, ਉਹ ਇਹਨਾਂ ਨੇ 1-2 ਵਾਰੀ ਪਾਉਣਾ ਹੁੰਦਾ। ਤਾਂ ਕਰਕੇ ਇਹਨਾਂ ਨੂੰ ਉਹ 2-2 ਵਾਰੀ ਰੱਖਦੇ ਕਈ ਵਾਰੀ। ਆਹ ਜਾਨੀ ਕਿ ਮੈਜੋਰਟੀ ਕੇਸਾਂ ਦੇ ਵਿੱਚ ਚੱਲਦੇ ਆ ਜੀ, ਸਮਝ ਗਏ ਨਾ?
ਮੈਪ ਦੀ ਵੀ ਤਿਆਰੀ ਰੱਖੋ, ਡੋਂਟ ਵਰੀ। ਕੱਲ ਕਿੰਨੀ ਤਰੀਕ ਹੈ? ਕੱਲ 25 ਹੈ ਨਾ? 25 ਆ। ਮੈਪ ਦਾ ਤਾਂ ਆਪਣਾ ਪਿਆ ਵਾ ਲੈਕਚਰ ਪੂਰਾ ਫੁੱਲ ਉਹਦੇ ਵਿੱਚ, ਉਹ ਤਾਂ ਸੁਣ ਲਿਓ ਕੱਲ ਨੂੰ ਬਹਿ ਕੇ ਜੀ। ਮੈਪ ਦਾ ਹਾਂਜੀ। ਲੈਕਚਰ ਫੁੱਲ ਪਿਆ ਆਪਣੇ ਕੋਲ ਜੀ। ਮੈਂ ਇੱਕ ਵਾਰੀ ਕੋਡ ਫੇਰ ਸੈਂਡ ਕਰ ਦੂੰਗਾ ਜੀ, ਜਿਹੜੇ ਨਵੇਂ ਬੱਚੇ ਉਹਨਾਂ ਨੂੰ ਵੀ ਮਿਲ ਜੂਗੇ, ਠੀਕ ਹੈ ਨਾ। ਮੈਪ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਸਾਈਕਲ ਦਾ ਹੁਣ ਤਿਆਰ ਹੋ ਜਾਣਾ ਆਪਣੇ ਕੋਲੇ, ਅੱਜ ਜਦੋਂ ਮਰਜ਼ੀ ਦੇਖ ਲਿਓ ਸਾਈਕਲ ਵੀ। ਕੀ ਕਹਿੰਦੇ ਜੀ ਹੁਣ ਦੇਖੋ, ਸਾਈਕਲ ਦੇ ਵਿੱਚ ਡਾਇਗਰਾਮ ਨਹੀਂ ਦਿਖੀ, ਪਹਿਲਾਂ ਉੱਤੋਂ ਪੜ੍ਹ ਲਓ ਕੀ ਕਹਿੰਦੇ। ਡਾਇਗਰਾਮ ਜਿਹੜੀ ਹੈਗੀ ਹੈ ਨੀਚੇ ਜੀ, ਦਿਖ ਨਹੀਂ ਰਹੀ ਵੈਸੇ ਨੀਚੇ ਇਹ ਤਾਂ, ਜਿਹੜੀ ਡਾਇਗਰਾਮ ਆ ਜੀ ਉਹ ਕਹਿੰਦੇ ਲਾਈਫ ਸਾਈਕਲ ਆ ਕਾਹਦਾ? ਸਾਲਮਨ। ਸਾਲਮਨ ਕੀ ਹੁੰਦੀ ਹੈ ਜੀ? ਸਰ ਫਿਸ਼ ਫਿਸ਼ ਹੁੰਦੀ ਹੈ। ਫਿਸ਼ ਹੈ ਸਰ, ਫਿਸ਼ ਹੁੰਦੀ ਹੈ, ਬਿਲਕੁਲ। ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ? ਅੰਡਿਆਂ ਤੋਂ ਲੈ ਕੇ ਇਹਦੇ ਅਡਲਟ ਫਿਸ਼ ਬਣਨ ਦੇ ਤੱਕ। ਲੱਗ ਗਿਆ ਪਤਾ ਜੀ? ਹਾਂਜੀ ਚਲੋ ਜੀ ਜਾ ਕੇ ਦੇਖਦੇ ਸਰ ਜੀ ਆਪਾਂ। ਆਪਣਾ ਇਹ ਜਿਹੜਾ ਮੈਪ ਵਾਲਾ ਤੁਸੀਂ ਕਹਿੰਦੇ ਸੀ ਆਪਣਾ ਲੈਕਚਰ ਪਿਆ, ਜਿਹੜਾ ਆਹ ਕਲਾਸਰੂਮ 'ਚ ਹੀ ਪਿਆ ਹੈ ਜੀ? ਹਾਂਜੀ ਬਿਲਕੁਲ, ਜੇ ਤੁਹਾਡੇ ਕੋਲੇ ਕੋਡ ਨਾ ਹੋਇਆ ਮੈਂ ਤੁਹਾਨੂੰ ਭੇਜ ਦੂੰਗਾ। ਕੋਡ ਦੇ ਵਿੱਚ ਪਿਆ ਵਾ ਮੈਪ, ਤਿੰਨੇ ਤਰ੍ਹਾਂ ਦੇ ਮੈਪ ਉਹਦੇ ਵਿੱਚ ਐਕਸਪਲੇਨ ਕੀਤੇ ਆ, ਵੋਕੈਬਲਰੀ ਦੱਸੀ ਆ, ਸਾਰਾ ਕੁਝ ਦੱਸਿਆ ਉਹਦੇ ਚ, ਸਮਝ ਗਏ? ਸਰ ਭੇਜ ਦਿਓ, ਮੇਰੇ ਕੋਲ ਹਾਂਜੀ ਨਹੀਂ ਹੈਗਾ। ਮੈਂ ਗਰੁੱਪ ਚ ਹੀ ਭੇਜ ਦੂ, ਡੋਂਟ ਵਰੀ। ਸਾਰੇ ਜਾਣੇ ਕਰ ਲਿਓ ਜੀ, ਠੀਕ ਹੈ ਨਾ। ਕੱਲ ਦਾ ਦਿਨ ਮੈਪ ਤੇ ਲਾ ਲਿਓ। ਕੀ ਕਹਿੰਦੇ? ਆ ਤੁਹਾਨੂੰ ਦਿਖ ਰਹੀ ਹੈ ਨਾ ਸਾਰਾ ਕੁਝ ਨਾ? ਦੇਖੋ ਕੀ ਕਿਹਾ ਇਹਨਾਂ ਨੇ ਨਾ। ਓਕੇ ਹਾਂਜੀ ਓਕੇ, ਤਾਂ ਕਿੱਥੋਂ ਸਟਾਰਟ ਹੋਇਆ ਜੀ? ਦੇਖੋ ਸਟਾਰਟ ਤਾਂ ਇੱਥੇ ਹੋਇਆ ਹੋਊ ਨਾ, ਸਟਾਰਟ ਤਾਂ ਕਿਤੋਂ ਨਾ ਕਿਤੋਂ ਇੱਥੇ ਹੋਇਆ ਮੇਰੇ ਹਿਸਾਬ ਨਾਲ। ਆਹ ਚੀਜ਼ ਹੈ ਨਾ। ਇੱਕ ਤਾਂ ਸਰ ਇਹ ਸਮਝਣਾ ਬੜਾ ਮੁਸ਼ਕਿਲ ਲੱਗਦਾ ਕਿੱਥੋਂ ਸਟਾਰਟ ਹੋਇਆ। ਬਿਲਕੁਲ ਸਮਝਣਾ। ਨਹੀਂ ਉਹਨਾਂ ਨੇ ਲਿਖਿਆ ਨਾ ਐਗ ਤੋਂ ਤੇ ਅਡਲਟ ਫਿਸ਼ ਤੱਕ, ਤੇ ਐਗ ਤੋਂ ਸਟਾਰਟ ਉਹਨਾਂ ਨੇ ਲਿਖਿਆ ਵੀ ਪਰ ਕਈ ਸਰ ਇਦਾਂ ਦੇ ਵੀ ਹੁੰਦੇ, ਪਤਾ ਨਹੀਂ ਲੱਗਦਾ ਕਿੱਧਰੋਂ ਕੀਤਾ ਹੁੰਦਾ। ਕਈ ਚਾਰਟ ਇਦਾਂ ਦੇ ਹੁੰਦੇ, ਤੀਰ ਵੀ ਲਾਏ ਹੋਏ ਨੇ, ਤੀਰ ਲਾਏ ਤਾਂ ਹੋਏ ਨੇ। ਲਾਏ ਹੋਏ ਉਹਨਾਂ ਨੇ। ਉਦਾਂ ਵੀ ਵੈਸੇ ਧਿਆਨ ਨਾਲ ਦੇਖੋ ਨਾ, ਉਹਨਾਂ ਲਾਈਫ ਸਾਈਕਲ ਦੱਸਿਆ, ਸਿੱਧੀ ਮੱਛੀ ਏਡੀ ਬਣ ਜੂਗੀ ਪਹਿਲੇ ਦਿਨ? ਸਿੱਧੀ ਇਹ ਰਿਵਰ ਔਰ ਓਸ਼ੀਅਨ ਇਹ ਅਲੱਗ-ਅਲੱਗ ਕਿਵੇਂ ਆ? ਦੱਸਦਾ ਜੀ ਮੈਂ ਤੁਹਾਨੂੰ, ਡੋਂਟ ਵਰੀ ਜੀ, ਧਿਆਨ ਨਾਲ ਦੇਖਿਓ ਜੀ। ਆਹ ਕੀ ਲਿਖਿਆ ਜੀ ਇਹਨਾਂ ਨੇ? ਰਿਵਰ ਹਨਾ ਜੀ। ਤੇ ਆ ਇਹਨਾਂ ਨੇ ਕੀ ਲਿਖਿਆ ਜੀ? ਓਕੇ ਐਸਟਰੀ। ਤੇ ਆ ਇਹਨਾਂ ਨੇ ਨੀਚੇ ਕੀ ਲਿਖਿਆ ਜੀ? ਓਸ਼ਨ। ਚਲੋ ਦੇਖਦੇ ਆਪਾਂ, ਦੇਖ ਕੇ ਪਤਾ ਲੱਗੂ ਜੀ। ਅੱਛਾ ਸਭ ਤੋਂ ਪਹਿਲਾਂ ਕੋਈ ਆ ਚੀਜ਼ ਹੈ ਜੀ, ਅੰਡੇ ਆ। ਆ ਦੇਖੋ ਇੱਕ ਪ੍ਰੋਪਰ ਨਾਉਨ ਲਿਖੇ ਹੈ ਨਾ ਇਹਨਾਂ ਨੇ। ਵੱਲ ਦੇਖੋ, ਜਦੋਂ ਪ੍ਰੋਪਰ ਨਾਉਨ ਲਿਖੇ ਹੋਣ ਤਾਂ ਉਦੋਂ ਤਾਂ ਆਪਾਂ ਨੂੰ ਦੇਖਣਾ ਹੀ ਪੈਂਦਾ ਹੁੰਦਾ ਜੀ। ਫਿਰ ਅਮਰਜੈਂਸ ਹੋਇਆ, ਕੀ ਮਤਲਬ ਨਿਕਲਿਆ ਅਮਰਜੈਂਸ ਦਾ? ਬਾਹਰ ਨਿਕਲੇ ਹੋ? ਬਾਹਰ ਨਿਕਲੇ ਸਰ। ਅੱਛਾ ਠੀਕ ਹੈ ਜੀ। ਅੱਛਾ ਜਦੋਂ ਉਹ ਬਾਹਰ ਨਿਕਲ ਆਏ ਤਾਂ ਉਹਨਾਂ ਦੇ ਸਾਈਜ਼ ਵੱਧ ਗਏ ਜੀ, ਵੱਡੇ ਹੋ ਗਏ ਅੱਗੇ ਨਾਲੋਂ। ਹੁਣ ਦੇਖੋ ਫਰੈਸ਼ ਵਾਟਰ ਰੇਅਰਿੰਗ, ਯਾਨੀ ਕਿ ਉਹ ਫਰੈਸ਼ ਵਾਟਰ ਦੇ ਵਿੱਚ ਆ, ਫਰੈਸ਼ ਵਾਟਰ ਚ ਹੈ ਨਾ। ਅੱਛਾ ਫਰੈਸ਼ ਵਾਟਰ ਤੋਂ ਧਿਆਨ ਨਾਲ ਦੇਖਿਓ, ਹੁਣ ਤੀਰ ਉੱਪਰ ਨੂੰ ਨਾ ਜਾ ਕੇ ਉਹ ਕਿੱਧਰ ਨੂੰ ਮੁੜ ਗਏ? ਇੱਥੇ ਆ ਗਏ ਜੀ। ਹੁਣ ਆਹ ਵਾਲੀ ਚੀਜ਼ ਨਹੀਂ ਮੈਂ ਕਹਿ ਰਿਹਾ ਹੁਣ, ਸਮਝ ਰਹੇ ਹੋ ਜੀ? ਹਾਂਜੀ ਸਰ। ਪਹਿਲਾ ਸਟੈਪ ਆ ਵਾ, ਦੂਜਾ ਆ ਵਾ, ਤੀਜਾ ਆ ਵਾ, ਚੌਥਾ ਸਟੈਪ ਆ ਨੀਚੇ ਆਇਆ ਵਾ। ਉੱਪਰ ਨੂੰ ਛੱਡੋ, ਜਿਹੜੀਆਂ ਦੋ ਮੱਛੀਆਂ ਫਿਰਦੀਆਂ ਉੱਥੇ, ਉਹਨੂੰ ਛੱਡੋ। ਆ ਕਿੱਥੇ ਹੈ ਜੀ? ਹੁਣੇ ਆਹ ਵਾਲੇ ਜ਼ੋਨ ਦੇ ਵਿੱਚ ਆ ਇੱਕ ਤਰ੍ਹਾਂ ਦੇ ਜੀ। ਹੁਣ ਇਹਨਾਂ ਨੇ ਕੀ ਕੀਤਾ? ਹੁਣੇ ਮਾਈਗ੍ਰੇਟ ਕਰ ਗਈਆਂ। ਪਹਿਲਾਂ ਕਿੱਥੇ ਸੀਗੀਆਂ? ਫਰੈਸ਼ ਵਾਟਰ ਰੀਅਰਿੰਗ ਦੇ ਵਿੱਚ। ਹੁਣ ਮਾਈਗ੍ਰੇਟ ਕਿੱਧਰ ਨੂੰ ਕਰ ਗਈਆਂ ਜੀ? ਤੁਹਾਨੂੰ ਨਹੀਂ ਲੱਗਦਾ ਨੀਚੇ ਜਾਈ ਜਾਂਦੀਆਂ? ਹੁਣ ਇਹ ਰੀਅਰਿੰਗ ਏਰੀਆ ਦੇ ਵਿੱਚ ਜਾਈ ਜਾਂਦੀਆਂ। ਹੁਣ ਪਹਿਲਾਂ ਫਰੈਸ਼ ਵਾਟਰ ਰੀਅਰਿੰਗ ਦੇ ਵਿੱਚ ਸੀਗੀਆਂ, ਹੁਣ ਨੀਚੇ ਜਾਈ ਜਾਂਦੀਆਂ ਜੀ। ਤੇ ਉੱਥੇ ਜਾ ਕੇ ਕੀ ਹੋਣ ਲੱਗਿਆ ਜੀ? ਗਰੋਥ ਤੇ ਮੈਚਿਓਰਿਟੀ ਹੋਣ ਲੱਗੀ ਨਾ ਇਹਨਾਂ ਦੇ ਵਿੱਚ, ਨੀਚੇ ਜਾ ਕੇ ਓਸ਼ਨ ਦੇ। ਤੇ ਬਾਅਦ ਚੋਂ ਉਹਨੇ ਮਾਈਗ੍ਰੇਟ ਕਿੱਧਰ ਕਰਨ ਲੱਗੀਆਂ ਫੇਰ ਜੀ? ਜਿਹੜੇ ਸਪਰਾਈਂਗ ਏਰੀਆ ਵਾ, ਆ ਨਾਮ ਲਿਖੇ ਹੋਏ ਆ ਜੀ। ਸਪਰਾਈਂਗ ਏਰੀਆ ਤੋਂ ਬਾਅਦ ਚੋਂ ਫਿਰ ਕਿੱਥੇ ਆ ਗਈਆਂ? ਹੁਣ ਇਹ ਫਿਰ ਫਰੈਸ਼ ਵਾਟਰ ਰੀਅਰਿੰਗ ਦੇ ਵਿੱਚ ਆ ਗਈਆਂ। ਤੇ ਹੁਣ ਇਹਨਾਂ ਨੇ ਕੀ ਕੀਤਾ ਜੀ? ਇੱਥੇ ਆ ਕੇ ਫਿਰ ਅੰਡੇ ਦਿੱਤੇ ਜੀ। ਉਹ ਫਿਰ ਆਏ ਸਾਈਕਲ ਚੱਲੀ ਹੈ ਨਾ ਜੀ। ਹੁਣ ਜਾ ਕੇ ਪੜ੍ਹਦੇ ਜੀ ਇਹਨੂੰ, ਲੱਗ ਗਿਆ ਪਤਾ ਜੀ ਕਿੱਦਾਂ ਕਿੱਦਾਂ ਸੀਗੇ ਜੀ? ਹਾਂਜੀ ਹਾਂਜੀ ਸਰ। ਚਲੋ ਜੀ ਜਾ ਕੇ ਦੇਖਦੇ ਹੋ ਜੀ। ਮਿਊਟ ਤੇ ਰੱਖਿਓ ਸਾਰੇ ਜਾਣੇ। ਤਾਂ ਆ ਆਪਣੇ ਕੋਲ ਲਾਈਫ ਸਾਈਕਲ ਆ ਜੀ, ਧਿਆਨ ਨਾਲ ਦੇਖਿਓ ਕੀ ਕਹਿੰਦੇ ਜੀ। ਤਾਂ ਇਹਨਾਂ ਨੇ ਕਿਹਾ ਜੀ ਇਟ ਇਜ਼ ਕਲੀਅਰ ਦੈਟ, ਕਲੀਅਰ ਹੈ ਜੀ। ਇੱਥੇ ਕਹਿੰਦੇ 6 ਮੇਨ ਸਟੇਜਸ ਆ, ਗਿਣੀਆਂ ਤਾਂ ਕਿੰਨੀਆਂ? 6। ਐਜ਼ ਜਿਵੇਂ ਕਿ ਕਹਿੰਦੇ ਸਾਲਮਨ ਡਿਵੈਲਪਸ ਫਰੋਮ ਐਗਸ, ਅੰਡਿਆਂ ਤੋਂ ਕਹਿੰਦੇ ਜੀ ਇਹ ਡਿਵੈਲਪ ਹੁੰਦੀ ਆ। ਟੂ ਕਿੱਥੋਂ ਤੱਕ ਜਾਂਦੀ ਬਾਅਦ ਚੋਂ? ਮੈਚਿਓਰ ਅਡਲਟ। ਆ ਦੇਖੋ ਵੋਕੈਬ ਰਿਪੀਟ ਹੈ ਨਾ, ਵੋਕੈਬ ਰਿਪੀਟ ਹੋਣੀ ਜੀ। We can also see, ਆਪਾਂ ਕੀ ਲਿਖਣਾ ਇਹਦੀ ਜਗ੍ਹਾ ਤੇ? It can be seen that, it can be seen that। ਕੀ ਦੇਖਿਆ ਜਾ ਸਕਦਾ ਜੀ? ਸਾਲਮਨ ਕਹਿੰਦੇ ਸਪੈਂਡ ਕਰਦੀ ਹੈ ਜੀ ਟਾਈਮ 10 ਡਿਸਟਿੰਕਟ ਲੋਕੇਸ਼ਨ ਦੇ ਵਿੱਚ। ਕਿਹੜੀਆਂ ਕਿਹੜੀਆਂ 3 ਆ? ਇੱਕ ਤਾਂ ਫਰੈਸ਼ ਵਾਟਰ, ਦੂਸਰੀ ਕਿਹੜੀ ਹੈ ਜੀ? ਦੂਸਰੀ ਆਹ ਵਾਲਾ ਨਾਮ ਸੀ ਨਾ ਇੱਕ ਜ਼ੋਨ, ਆਹ ਵਾਲਾ। ਤੇ ਤੀਸਰਾ ਕਿਹੜਾ ਸੀਗਾ ਜੀ? ਜਿਹੜੀਆਂ ਜਾਨੀ ਕਿ ਓਸ਼ਨ ਦੇ ਵਿੱਚ ਜਾਂਦੀਆਂ। ਚਲੋ ਦੇਖੀਏ ਇਹਨਾਂ ਨੇ ਕਿਵੇਂ ਲਿਖੀਆਂ ਜੀ। ਕਹਿੰਦੇ ਜੀ ਆਪਣਾ ਟਾਈਮ ਸਪੈਂਡ ਕਰਦੀ ਆ 10 ਡਿਸਟਿੰਕਟ। ਤੁਸੀਂ ਇੱਥੇ ਡਿਫਰੈਂਟ ਲਿਖਣਾ ਸੀ, ਦੇਖੋ ਉਹ ਵੀਕ ਵਰਡ ਨਹੀਂ ਲਿਖਣਾ, ਡਿਸਟਿੰਕਟ ਵੱਖਰੀਆਂ ਵੱਖਰੀਆਂ ਲੋਕੇਸ਼ਨ ਡਿਊਰਿੰਗ ਦਾ ਸਾਈਕਲ।
ਹੁਣ ਧਿਆਨ ਨਾਲ ਦੇਖੋ ਕਿਵੇਂ ਕਿਵੇਂ ਮੂਵ ਕਰਦੀਆਂ, ਮੂਵਿੰਗ ਫਰੋਮ, ਪਹਿਲਾਂ ਜਾਂਦੀਆਂ ਰਿਵਰ ਟੂ ਐਸਟਰੀ, ਪਹਿਲਾਂ ਰਿਵਰ ਚ ਹੁੰਦੀਆਂ ਇੱਥੋਂ ਜਾਂਦੀਆਂ, ਫਿਰ ਕੀ ਕਿੱਥੇ ਕਰਦੀਆਂ ਜੀ, ਰਿਵਰ ਟੂ ਐਸਟਰੀ ਟੂ ਓਸ਼ਨ, ਪਹਿਲੀ ਸਟੇਜ ਆ ਵਾ, ਦੂਸਰੀ ਆ ਵਾ, ਤੀਸਰੀ ਆ ਵਾ, ਐਂਡ ਦੈਨ ਬਾਅਦ ਚੋਂ ਕੀ ਆਉਂਦੀਆਂ, ਬੈਕ ਅਪਸਟ੍ਰੀਮ। ਅਪਸਟ੍ਰੀਮ ਦਾ ਮਤਲਬ ਕੀ ਹੁੰਦਾ ਜੀ, ਵਾਪਸ ਫਿਰ ਉੱਪਰ ਨੂੰ ਆਉਂਦੀਆਂ ਹੈ, ਉੱਪਰ ਫਿਰ ਨੂੰ ਤਾਂ ਆਉਂਦੀ ਨੂੰ ਆਉਂਦੀਆਂ ਹੈ। ਲੱਗ ਗਿਆ ਪਤਾ ਜੀ, ਕਲੀਅਰ ਹੈ ਜੀ ਇਹ ਚੀਜ਼। ਅੱਗੇ ਚੱਲਦੇ ਹਾਂ ਜੀ, ਧਿਆਨ ਨਾਲ ਦੇਖਿਓ ਜੀ, ਆਪਣਾ ਜੋ ਓਵਰਆਲ ਜਿਹੜਾ ਨਿਕਲਿਆ ਜੀ, ਇਹਦੇ ਵਿੱਚ ਸਮਾਂ ਨਹੀਂ ਨਾ ਦਿੱਤਾ, ਕੋਈ 2 ਮਹੀਨੇ ਲੱਗਦੇ ਆ ਕਿ 3 ਮਹੀਨੇ ਲੱਗਦੇ ਆ, ਇਹ ਚ ਸਮਾਂ ਨਹੀਂ ਦਿੱਤਾ। ਠੀਕ ਹੈ ਜੀ, ਚਲੋ ਜਾ ਕੇ ਹੁਣ ਦੇਖਦੇ ਸਾਲਮਨ ਬਿਗਨ। ਹੁਣ ਐਸ ਨਾਲ ਲਾਈ ਨਹੀਂ ਇਹਨਾਂ ਨੇ ਜੀ, ਆਏਂ ਕਾਤੋਂ ਨਹੀਂ ਲਾਈ ਜੀ, ਐਸ ਕਾਤੋਂ ਨਹੀਂ ਲਾਈ ਜੀ ਇੱਥੇ, ਆ ਤਾਂ ਸਿੰਗੂਲਰ ਆ। ਇਨਕਲੂਡ ਕਰ ਰਹੇ ਮੱਛੀਆਂ ਨੂੰ, ਮਤਲਬ ਕਿ ਸਿੰਗੂਲਰ ਜ਼ਿਆਦਾ ਜੀ, ਨਹੀਂ ਹੁੰਦੀ। ਫਿਸ਼, ਫਿਸ਼ ਹੁੰਦੀ ਪਲੂਰਲ ਆ, ਹਾਂਜੀ। ਨੋਟ ਕਰ ਲਓ ਜੀ, ਫਿਸ਼ ਨੂੰ ਮੰਨੇ ਪਲੂਰਲ ਜਾਂਦਾ ਜੀ, ਨੋਟ ਕਰ ਲਓ, ਫਿਸ਼ ਪਲੂਰਲ ਹੁੰਦਾ ਜੀ। ਅੱਛਾ ਕਹਿੰਦੇ ਜੀ ਸਾਲਮਨ ਬਿਗਨ ਕਰਦੀ ਆ ਆਪਣੀਆਂ ਜ਼ਿੰਦਗੀਆਂ ਇਨ ਰਿਵਰਸ, ਰਿਵਰਸ ਦੇ ਵਿੱਚ, ਜਿੱਥੇ ਕੀ ਹੁੰਦਾ, ਅਡਲਟ ਆ ਜਿਹੜੇ ਅਡਲਟ ਫਿਸ਼ ਆ, ਦੇਖੋ ਲੇ ਅੰਡੇ ਰੱਖਣ ਨੂੰ ਤਾਂ ਲੇ ਹੀ ਕਵਾਂਗੇ ਨਾ ਹੁਣ ਆਪਾਂ, ਜਿੱਥੇ ਉਹ ਲੇ ਕਰਦੀਆਂ ਜੀ ਕੀ ਲੇ, ਐਂਡ ਆ ਇਹਨਾਂ ਨੇ ਵਰਬ ਬਣਾਤੀ ਜੀ, ਆ ਵਾਲੀ ਧਿਆਨ ਨਾਲ ਦੇਖਿਓ, ਆਹ ਵਰਡ ਉਧਰ ਨਾਉਨ ਬਣਾਇਆ ਪਿਆ ਸੀ, ਜੇ ਤੁਹਾਨੂੰ ਪਤਾ ਹੋਵੇ ਉਧਰ ਜਾ ਕੇ ਕੀ ਲਿਖਿਆ ਪਿਆ ਸੀ ਜੀ, ਇਹਨਾਂ ਨੇ ਆਹ ਵਾਲਾ ਵਰਡ ਲਿਖਿਆ ਪਿਆ ਸੀ, ਯੈਸ ਔਰ ਨੋ, IUN ਲਾ ਕੇ। ਕਹਿੰਦੇ ਜੀ ਉਹ ਲੇ ਕਰਦੀਆਂ ਤੇ ਆਹ ਚੀਜ਼ ਕਰਦੀਆਂ, ਦੇਖਦੇ ਕੀ ਹੁੰਦਾ, ਆਪਣੇ ਅੰਡਿਆਂ ਨੂੰ। ਚਲੋ ਗਾਂ ਦੇਖਦੇ, ਹੁਣ ਦੇਖੋ ਕੰਪਲੈਕਸ ਸੈਂਟੈਂਸ ਲਾਇਆ ਜੀ, ਸਾਈਮਨ ਦਾ ਲਿਖਿਆ ਹੋਇਆ, ਕੰਪਲੈਕਸਿਟੀ ਤਾਂ ਹੋਊਗੀ ਜੀ ਇਹ ਚ, ਤੇ ਕੀ ਲਾਇਆ ਜੀ ਇਹਨਾਂ ਨੇ, ਅਮਰਜਿੰਗ ਹੋਣ ਤੋਂ ਬਾਅਦ ਚੋਂ, ਕੰਪਲੈਕਸ ਸੈਂਟੈਂਸ ਆ, ਸਬੋਰਡੀਨੇਟ ਕੰਜੰਕਸ਼ਨ ਲਿਖੀ ਪਈ ਹੈ ਜੀ, ਇੱਕ ਕੰਪਲੈਕਸ। ਕਹਿੰਦੇ ਜੀ ਅਮਰਜਿੰਗ ਜਾਨੀ ਕਿ ਆਂਡਿਆਂ ਦੀ ਅਮਰਜਿੰਗ ਹੋਣ ਤੋਂ ਬਾਅਦ ਵਿੱਚ, ਕੋਮਾ ਲਾਇਆ ਜੀ, ਭੁੱਲਣਾ ਨਹੀਂ, ਯੰਗ ਸਾਲਮਨ ਕੀ ਆ, ਸਪੈਂਡ ਕਰਦੀ ਆ ਨੈਕਸਟ ਸਟੇਜ ਆਪਣੀ ਜ਼ਿੰਦਗੀ ਦੀ, ਕਿੱਥੇ ਕਰਦੀ ਹੈ ਜੀ, ਕਹਿੰਦੇ their lives being reared in, ਰਹਿ ਕੇ, ਕਿੱਥੇ ਰਹਿ ਕੇ ਜੀ, ਉਹ ਕਹਿੰਦੇ ਫਰੈਸ਼ ਵਾਟਰ ਏਰੀਆ ਦੇ ਵਿੱਚ। ਕਹਿੰਦੇ ਜੀ ਆਂਡਿਆਂ ਦੇ ਵਿੱਚੋਂ ਨਿਕਲਣ ਤੋਂ ਬਾਅਦ ਚੋਂ ਜਿਹੜੀ ਯੰਗ ਸਾਲਮਨ ਆ ਸਪੈਂਡ ਕਰਦੀ ਹੈ, ਕੀ ਸਪੈਂਡ ਕਰਦੀ ਆ, ਨੈਕਸਟ ਸਟੇਜ ਆਫ देयर ਲਾਈਫਸ, ਆਪਣੀ ਜ਼ਿੰਦਗੀ ਦੀ ਗਾਂ ਵਾਲੀ ਸਟੇਜ, ਬੀਇੰਗ ਰੇਅਰਡ ਇਨ ਫਰੈਸ਼ ਵਾਟਰ ਏਰੀਆ, ਫਰੈਸ਼ ਵਾਟਰ ਏਰੀਆ ਦੇ ਵਿੱਚ ਰਹਿ ਕੇ ਜੀ। ਦੈਨ ਬਾਅਦ ਚੋਂ ਕੀ ਹੁੰਦਾ ਜੀ, ਐਟ ਸਮ ਪੁਆਇੰਟ ਆਫ देयर ਡਿਵੈਲਪਮੈਂਟ, ਉਹਨਾਂ ਦੀ ਡਿਵੈਲਪਮੈਂਟ ਦੇ ਇੱਕ ਪੁਆਇੰਟ ਤੇ ਜਾ ਕੇ, ਦ ਫਿਸ਼ ਸਵਿਮ ਡਾਊਨ ਸਟਰੀਮ, ਨੋਟ ਕਰ ਲਓ ਜੀ, ਅਪ ਸਟਰੀਮ ਤੇ ਡਾਊਨ ਸਟਰੀਮ ਦੋਨੇ ਵਰਡ ਨੋਟ ਕਰ ਲਓ, ਕਿੱਥੇ ਲੱਗਦੇ ਆ, ਪਾਣੀ ਵਿੱਚ ਲੱਗਦੇ ਆ ਜੀ। ਉੱਪਰ ਵਾਲੀ ਸਤ੍ਹਾ ਕਿਹੜੀ ਹੈ ਜੀ, ਅਪ ਸਟਰੀਮ ਆ, ਨੀਚੇ ਵਾਲੀ ਕਿਹੜੀ ਹੈ ਜੀ, ਡਾਊਨ ਸਟਰੀਮ ਹੈ ਜੀ। ਕਲੀਅਰ ਹੈ ਜੀ। ਕਹਿੰਦੇ ਜੀ ਜਿਹੜੀ ਫਿਸ਼ ਆ ਉਹ ਸਵਿਮ ਕਰਦੀ, ਤੈਰਦੀ ਕਿੱਥੇ, ਡਾਊਨ ਸਟਰੀਮ, ਉਹ ਹੁਣ ਤੈਰਦੀ ਆ ਨੀਚੇ ਵਾਲੀ ਸਤ੍ਹਾ ਤੇ, ਟੂ ਰਿਵਰ ਐਸਟਰੀਊ, ਆ ਜਿਹੜਾ ਉੱਥੇ ਨਾਮ ਲਿਖਿਆ ਸੀ, ਵੇਅਰ ਰੇਅਰਿੰਗ ਕੰਟੀਨਿਊਸ, ਜਿੱਥੇ ਉਹਨਾਂ ਦੀ ਆ ਜਿਹੜੀ ਰੇਅਰਿੰਗ ਹੈ ਕੰਟੀਨਿਊਸ ਚੱਲਦੀ ਹੈ ਜੀ। ਰੇਅਰਿੰਗ ਦੇਖਦੇ ਕੀ ਹੁੰਦਾ ਜੀ, ਰੇਅਰਿੰਗ ਕਹਿੰਦੇ ਜੀ ਫੋਲੋਇੰਗ ਦਾ ਐਸਟਿਊ ਰੇਅਰਿੰਗ ਪੀਰੀਅਡ, ਆ ਪੀਰੀਅਡ ਨੂੰ ਫੋਲੋ ਕਰਦੇ ਕਰਦੇ the maturity salmon migrate to the ocean, ਜਦੋਂ ਆ ਪੀਰੀਅਡ ਦੇ ਵਿੱਚ ਉਹ ਰਹਿੰਦੀਆਂ ਵਾ ਤਾਂ ਫਿਰ ਉਹ ਕੀ ਕਰਦੀਆਂ ਜੀ, ਜਿਹੜੀਆਂ ਮੈਚਿਓਰਿਟੀ ਸਾਲਮਨ ਆ ਉਹ ਮਾਈਗ੍ਰੇਟ ਕਰ ਜਾਂਦੀਆਂ ਨੀਚੇ ਸਮੁੰਦਰਾਂ ਲਈ, ਨੀਚੇ ਵਾਲੀ ਸਤ੍ਹਾ ਤੇ। ਧਿਆਨ ਨਾਲ ਦੇਖਿਓ, ਆਹ ਵਾਲੀ ਸਟੇਟ ਤਾਂ ਜਾਨੀ ਕਿ ਮਿਡਲ ਦੇ ਵਿੱਚ ਸੀਗੀ ਨਾ, ਯੈਸ ਔਰ ਨੋ, ਇਹ ਤਾਂ ਮਿਡਲ ਚ ਸੀ ਨਾ, ਯਾਦ ਆ ਨਾ ਜੀ ਸਾਰਿਆਂ ਨੂੰ। ਹਾਂਜੀ ਮਿਡਲ ਚ ਸੀ ਜੀ। ਤੁਹਾਡੇ ਵਿੱਚੋਂ ਗਜਨੀ ਵੀ ਹੈ ਨਾ ਕਈ, ਮੈਂ ਕਰੀ ਫੋਟੋ ਦਿਖਾਉਣਾ ਦੁਬਾਰਾ ਤੁਹਾਨੂੰ। ਤਾਂ ਦੇਖੋ ਆ ਜਿਹੜੀ ਮਿਡਲ ਵਾਲੀ ਸਟੇਜ ਆ ਸੀਗੀ ਜੀ ਆਪਣੇ ਕੋਲ, ਆ ਸੀ ਮਿਡਲ ਵਾਲੀ ਸਟੇਜ ਆਪਣੇ ਕੋਲ। ਉਹ ਕਹਿੰਦੇ ਜੀ ਇੱਥੇ ਰਹਿੰਦੇ ਆ ਬਾਅਦ ਚੋਂ, ਇੱਥੇ ਰਹਿਣ ਦੇ ਦੌਰਾਨ ਬਾਅਦ ਚੋਂ ਨੀਚੇ ਨੂੰ ਜਾਂਦੀ, ਆ ਰਿਹਾ ਤੁਹਾਡਾ ਓਸ਼ਨ ਆ, ਨੀਚੇ ਲਿਖਿਆ ਸੀ ਆਪਣੇ ਕੋਲ ਜੀ ਓਸ਼ਨ, ਹਾਂਜੀ ਆ ਲਿਖਿਆ ਪਿਆ ਜੀ ਓਸ਼ਨ। ਚਲੋ ਜਾ ਕੇ ਦੇਖੀ ਜੀ ਕੀ ਕਹਿੰਦੇ ਉਧਰ। ਓਕੇ, ਤਾਂ ਉਹਨਾਂ ਨੇ ਆਪਾਂ ਨੂੰ ਕਿਹਾ ਜੀ ਫੋਲੋਇੰਗ ਦਾ ਆਹ ਵਾਲਾ ਪੀਰੀਅਡ ਫੋਲੋ ਕਰਨ ਤੇ ਬਾਅਦ ਜਿਹੜੀ ਮੈਚਿਓਰਿਟੀ ਸਾਲਮਨ ਮਾਈਗ੍ਰੇਟ ਕਰ ਜਾਂਦੀ ਕਿਹਦੀ ਤਰਫ, ਨੀਚੇ ਦੀ ਤਰਫ ਜੀ। ਵੇਅਰ ਆ ਇੱਥੇ ਰਿਲੇਟਿਵ ਪ੍ਰਨਾਉਨ ਲਾਇਆ, ਬਹੁਤ ਵਧੀਆ ਜੀ। ਦੇਖੋ ਰਿਲੇਟਿਵ ਪ੍ਰਨਾਉਨ, ਜਿੱਥੇ ਕਿ, ਜਿੱਥੇ ਕਹਿੰਦੇ ਦੇ ਆ ਹੁੰਦਾ ਫਾਈਨਲੀ ਦਾ ਸਿਨੋਨਿਮ, ਫਾਈਨਲੀ, ਜਿੱਥੇ ਫਾਈਨਲੀ ਉਹ ਬਿਕਮ ਬਣ ਜਾਂਦੀਆਂ, ਅਗਲੀ ਕੋਲੋਕੇਸ਼ਨ ਹੈ ਜੀ, ਕੋਲੋਕੇਸ਼ਨ। ਫੁਲੀ ਗਰੋਨ ਅਡਲਟ, ਨੋਟ ਕਰ ਲਓ, ਤਿੰਨੇ ਵਰਡ ਨੋਟ ਕਰ ਲਓ ਆਪਣੀ ਕਾਪੀ ਤੇ, ਫੁਲੀ ਗਰੋਨ ਅਡਲਟਸ। ਹੁਣ ਇਹਨਾਂ ਨੂੰ ਪਤਾ ਕਿ ਮੈਂ ਪਿੱਛੇ ਇਵੈਂਚੁਅਲੀ ਲਿਖਿਆ ਵਾ, ਗਾਂ ਜਾ ਕੇ ਮੈਂ ਫਾਈਨਲੀ ਲਿਖ ਦਿੰਦਾ ਜੀ। ਹੁਣ ਇਹੀ ਹੁੰਦਾ ਕਿ ਤੁਸੀਂ ਵੋਕੈਬ ਨੂੰ ਰਿਪੀਟ ਨਾ ਕਰੋ ਜੀ।
ਤਾਂ ਕਹਿੰਦੇ ਜਿਹੜੀ ਅਡਲਟ ਫਿਸ਼ ਆ ਟਰੈਵਲ ਬੈਕ, ਹੁਣ ਦੇਖੋ ਟਰੈਵਲ ਬੈਕ ਕਹਤਾ, ਹੁਣ ਇਹਨੂੰ ਪਤਾ ਮੈਂ ਮਾਈਗ੍ਰੇਟ ਲਿਖਿਆ 2 ਥਾਵਾਂ ਤੇ, ਤਾਂ ਇਹ ਤੁਸੀਂ ਕੌਨਸ਼ੀਅਸ ਹੋਣਾ ਬਸ ਉੱਥੇ। ਜਦੋਂ ਤੁਸੀਂ ਟਾਸਕ 1 ਲਿਖਦੇ ਹੋ ਜਾਂ 2 ਲਿਖਦੇ ਹੋ ਤਾਂ ਮਾੜਾ ਜਿਹਾ ਕੌਨਸ਼ੀਅਸ ਰਿਹਾ ਕਰੋ ਕਿ ਮੈਂ ਪਿੱਛੇ ਕੀ ਲੈ ਕੇ ਆਇਆ ਵਾਂ ਜੀ। ਤਾਂ ਟਰੈਵਲ ਬੈਕ, ਕਿੱਥੇ ਬੈਕ ਟਰੈਵਲ ਕਰਦੀ ਜੀ, ਅਪਸਟ੍ਰੀਮ ਤੇ ਫੇਰ ਆਈ ਜਾਂਦੀ ਜੀ। ਇਹ ਕਿਹੜਾ ਇਲਾਕਾ ਹੁੰਦਾ ਵਾ, ਇਹ ਹੁੰਦਾ ਸਪਾਈੰਗ ਏਰੀਆ, ਉੱਥੇ ਲਿਖਿਆ ਵੀ ਸੀ ਜੀ ਰਿਵਰ ਦਾ ਸਪਾਈੰਗ ਏਰੀਆ ਜੀ। ਰਿਵਰ ਉਹਨਾਂ ਨੇ ਇਲਾਕੇ ਲਿਖੇ ਹੋਏ ਆ ਡਿਫਰ, ਪਹਿਲਾ ਰਿਵਰ ਆ, ਰਿਵਰ ਵਾਲੇ ਨੂੰ ਕੀ ਨਾਮ ਦਿੱਤਾ ਗਿਆ ਜੀ, ਸਪਾਈੰਗ। ਬਾਅਦ ਚੋਂ ਮਿਡਲ ਚ ਆਈ, ਮਿਡਲ ਵਾਲੇ ਦਾ ਨਾਮ ਕੀ ਲਿਖਿਆ ਸੀ ਜੀ, ਆਹ ਵਾਲਾ ਜੀ। ਤੇ ਬਾਅਦ ਚੋਂ ਨੀਚੇ ਵਾਲਾ ਕਿਹੜਾ ਜੀ, ਓਸ਼ਨ ਨੂੰ ਨੀਚੇ ਵਾਲਾ ਕਹਿ ਦਿੰਦੇ ਜੀ। ਹੇਅਰ, ਹੁਣ ਇਹਨਾਂ ਨੇ ਫੇਰ ਹੇਅਰ ਲਾਇਆ ਜੀ। ਹੇਅਰ ਦੇ ਰੀਪਰੋਡਿਊਸ ਹੁੰਦੀ ਰੀਪਰੋਡਕਸ਼ਨ ਕਰਨੀ, ਦੁਬਾਰਾ ਜਨਮ ਦੇਣਾ, ਦੁਬਾਰਾ ਇੱਕ ਜਨਰੇਸ਼ਨ ਪੈਦਾ ਕਰਨੀ। ਇੱਥੇ ਰੀਪਰੋਡਿਊਸ ਕਰਦੀ ਆ ਤੇ ਰੱਖਦੀ ਆ, ਕੀ ਰੱਖਦੀ ਜੀ, ਅੰਡੇ ਰੱਖਦੀ ਆ। ਐਂਡ ਦਾ ਲਾਈਫ ਸਾਈਕਲ ਬਿਗਨਸ ਅਨਿਊ, ਕਹਿੰਦੇ ਲਾਈਫ ਸਾਈਕਲ ਬਿਗਨਸ ਅਨਿਊ, ਦੁਬਾਰਾ ਫੇਰ ਸ਼ੁਰੂ ਹੋ ਜਾਂਦਾ ਜੀ, ਦੁਬਾਰਾ ਇਹ ਫੇਰ ਸ਼ੁਰੂ ਹੋ ਜਾਂਦਾ। ਮਿਊਟ ਤੇ ਕਰਦਾ ਜੀ ਮੈਂ ਤੁਹਾਨੂੰ ਇੱਕ ਵਾਰੀ ਵਰਡ ਦੱਸਣ ਦੇ ਲਈ। ਹਾਂਜੀ, ਤਾਂ ਇਹ ਆਪਣਾ ਸੀਗਾ ਜੀ ਸਾਲਮਨ ਦਾ, ਜੋ ਕਿ ਸਮੁੰਦਰ ਦੇ ਵਿੱਚ 3 ਡਿਫਰੈਂਟ ਲੋਕੇਸ਼ਨਸ ਤੇ ਉਹਨੇ ਮਾਈਗ੍ਰੇਟ ਕੀਤਾ ਜੀ। ਸੇਮ ਇਹਦੇ ਵਿੱਚ ਆਪਾਂ ਨੂੰ ਕਿਹੜੀ ਵੋਕੈਬ ਮਿਲੀ ਜੀ, ਉਹ ਵਾਲਾ ਲਾਈਫ ਸਾਈਕਲ ਨਾ ਬਾਹਰ ਸੀਗਾ, ਉਹ ਪਾਣੀ ਚ ਨਹੀਂ ਸੀਗਾ। ਮੈਂ ਡਿਫਰੈਂਟ ਕਿਉਂ ਚੱਕੇ, ਹਨੀ ਜਿਹੜੀ ਬੀ ਹੁੰਦੀ ਆ ਉਹਨੇ ਪਾਣੀ ਚ ਥੋੜੀ ਹੋਣਾ ਹੁੰਦਾ। ਇੱਕ ਮੈਂ ਚੱਕਿਆ ਸੀਗਾ ਕਿ ਜਿਹੜਾ ਲੈਂਡ ਦੇ ਉੱਪਰ ਹੁੰਦਾ ਵਾ ਜੀ, ਇੱਕ ਆਪਾਂ ਚੱਕਿਆ ਜਿਹੜਾ ਸਮੁੰਦਰ ਦੇ ਵਿੱਚ ਹੁੰਦਾ ਵਾ। ਤਾਂ ਉਹਦੇ ਵਿੱਚ ਕੁਝ ਕੁ ਵਰਡਸ ਤਾਂ ਉਹ ਹੋਈ ਨਹੀਂ ਗਏ ਆਪਣੇ ਚੇਂਜ, ਜਿਵੇਂ ਲੇ ਵਰਡ ਉਦਾਂ ਹੀ ਹੈ ਜੀ, ਅਮਰਜ ਵਰਡ ਉਦਾਂ ਤੁਸੀਂ ਅਪੀਅਰ ਵਰਡ ਲਾ ਸਕਦੇ ਸੀਗੇ, ਵੋਕੈਬ ਕਮਾਈ ਜਾ ਸਕਦੀ ਹੈ। ਇਹਦੇ ਵਿੱਚੋਂ ਕੁਝ ਨਵੇਂ ਕੁ ਜ਼ਰੂਰ ਆਏ ਜੀ, ਕਿਹੜੇ ਜੀ, ਅਪਸਟ੍ਰੀਮ ਏਰੀਆ ਹੋ ਗਿਆ ਜੀ, ਡਾਊਨਸਟ੍ਰੀਮ ਟੂ ਰਿਵਰ, ਰਿਵਰ ਦੇ ਡਾਊਨਸਟ੍ਰੀਮ ਵੱਲ ਜਾ ਵੜਨਾ ਜੀ, ਆਹ ਵਾਲੇ ਵਰਡ ਆਏ ਜੀ ਆਪਣੇ ਕੋਲੇ। ਆਹ ਵੱਲ ਤਾਂ ਚਲੋ ਆਪਾਂ ਨੂੰ, ਇਹ ਤਾਂ ਤੁਹਾਡੇ ਫਾਈਨਲ ਦੇ ਵਿੱਚ ਪ੍ਰੋਪਰ ਨਾਉਨ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਉੱਥੇ ਬਦਲ ਸਕਦੇ ਆ ਜੀ, ਇਹ ਤਾਂ ਉੱਥੇ ਉਹਨਾਂ ਨੇ ਤੁਹਾਨੂੰ ਨਵੀਆਂ ਚੀਜ਼ਾਂ ਪਾ ਦੇਣੀਆਂ ਵਾ, ਉੱਥੇ ਨਵੇਂ ਨਾਮ ਲਿਖੇ ਪਏ ਹੋਣਗੇ, ਸੋ ਤੁਸੀਂ ਉਹ ਕੀ ਆ ਫੋਲੋ ਕਰ ਲੈਣੇ ਆ ਜੀ। ਹਾਂਜੀ ਜੀ, ਤਾਂ ਇੱਥੇ ਇੱਕ ਐਂਡ ਵਾਲਾ ਵਰਡ ਹੈ ਜੀ ਅਨਿਊ। ਤੁਹਾਨੂੰ ਲੱਗ ਰਿਹਾ ਹੋਊਗਾ ਕਿ ਸਰ ਕਿਤੇ ਇਹਨਾਂ ਨੇ ਸਪੇਸ ਪਾ ਕੇ ਲਿਖਣਾ ਹੋਊਗਾ ਨਿਊ, ਤੇ ਗਲਤੀ ਨਾਲ ਇਹਨਾਂ ਨੇ ਇਕੱਠਾ ਹੀ ਲਿਖਤਾ ਜੀ। ਏਦਾਂ ਦਾ ਕੁਐਸਚਨ ਉੱਠਿਆ ਹੋਵੇ ਕਿਸੇ ਦੇ ਮਨ ਚ ਜੀ, ਫੀਲਿੰਗ ਸਾਂਝੀ ਕਰ ਸਕਦੇ ਹੋ ਤੁਸੀਂ ਆਪ। ਹਾਂਜੀ, ਸੋਚਿਆ ਜੀ ਕਿਸੇ ਨੇ? ਹਾਂਜੀ, ਦੇਖੋ ਆ ਜਿਹੜਾ ਨਿਊ ਹੁੰਦਾ ਵਾ, ਤੁਸੀਂ ਕਹਿੰਦੇ ਹੋ ਨਿਊ ਸ਼ੂਜ਼, ਤੁਸੀਂ ਕਹਿੰਦੇ ਹੋ ਨਿਊ ਸਕੂਲ, ਇਹ ਕੀ ਹੁੰਦਾ ਵਾ, ਇਹਦੀ ਪਾਰਟ ਆਫ ਸਪੀਚ ਕੀ ਆ? ਨਾਉਨ ਦੇ ਮੂਹਰੇ ਪਿਆ ਵਾ, ਕੀ ਹੁੰਦਾ ਵਾ? ਅਗਲਾ ਵਰਡ ਕੀ ਆ? ਐਡਜੈਕਟਿਵ। ਤੁਸੀਂ ਤਾਂ ਹੀ ਤਾਂ ਕਹਿੰਦੇ ਹੋ ਜੀ ਨਿਊ ਪੈਨ। ਤੁਸੀਂ ਇਹ 2 ਵਰਡ ਨੂੰ ਡੀਪ ਜਾ ਕੇ ਦੇਖੋ, ਪੈਨ ਇੱਕ ਨਾਉਨ ਹੁੰਦਾ ਤੇ ਮੂਹਰਲਾ ਵਰਡ ਕੀ ਹੋਊਗਾ ਫਿਰ? ਐਡਜੈਕਟਿਵ। ਹੁਣ ਜੀ ਇਹ ਤਾਂ ਇਹ ਕਿਹਦੇ ਤੋਂ ਬਾਅਦ ਚੋਂ ਲਾਇਆ ਪਿਆ ਵਾ? ਵਰਬ ਤੋਂ ਬਾਅਦ ਚੋਂ। ਤੇ ਇਹਦਾ ਮਤਲਬ ਨਿਊ ਨੂੰ ਜੇ ਐਡਵਰਬ ਬਣਾਉਣਾ ਹੋਵੇ ਤਾਂ ਉਹਦੀ ਐਡਵਰਬ ਆ ਨਿਊ, ਆਹ ਵਾਲੀ ਜੀ, ਇਹ ਐਡਵਰਬ ਆ ਇੱਕ। ਪਹਿਲੀ ਵਾਰੀ ਦੇਖਿਓ ਸ਼ਾਇਦ, ਸ਼ੁਰੂ ਹੁੰਦਾ ਵਾ, ਇਹਦਾ ਮਤਲਬ ਹੁੰਦਾ ਦੁਬਾਰਾ ਸਿਖਰ ਤੋਂ ਫੇਰ। ਬਿਗਿਨਸ ਦਾ ਮਤਲਬ ਕੀ ਹੁੰਦਾ ਜੀ? ਸ਼ੁਰੂ ਹੁੰਦਾ ਵਾ ਜੀ। ਅਨਿਊ ਦਾ ਮਤਲਬ ਨਵੇਂ ਤਰੀਕੇ ਤੋਂ ਫੇਰ। ਲੱਗ ਗਿਆ ਪਤਾ ਜੀ ਇਹ ਵਰਡ ਦਾ ਮੀਨਿੰਗ ਕੀ ਹੈ ਜੀ? ਜੀ ਸਰ, ਲਿਖ ਲਓ ਜੀ, ਇਹ ਵਰਡ ਉੱਥੇ ਲਾ ਕੇ ਆ ਸਕਦੇ ਹੋ ਤੁਸੀਂ। ਇਹ ਤਾਂ ਭਾਵੇਂ ਹਨੀ ਬੀ ਵਾਲੇ ਚਲਾ ਦਿੰਦੇ ਵਰਡ ਯੈਸ ਔਰ ਨੋ, ਉੱਥੇ ਵੀ ਤਾਂ ਲੱਗ ਹੀ ਸਕਦਾ ਸੀ। The life cycle begins anew, ਆ ਦੇਖੋ ਆ ਵਰਡ ਸਾਰਿਆਂ ਚ ਲੱਗ ਜਾਣਾ ਸਰ, ਦੁਬਾਰਾ ਫਿਰ ਸਾਈਕਲ ਸ਼ੁਰੂ ਹੁੰਦਾ। ਬਿਲਕੁਲ ਜੀ, ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਕਲੀਅਰ ਹੈ ਜੀ? ਲਾਈਫ ਸਾਈਕਲ ਸੀਗੇ ਜੀ